ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਜੀਵ ਭਾਸਕਰ। ਭਾਸਕਰ ਸਾਹਿਬ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਸਾਡੇ ਸਮਕਾਲੀ ਫਿਲਾਸਫਰ ਸਰਦਾਰ ਨਰਿੰਦਰ ਸਿੰਘ ਕਪੂਰ ਲਿਖਦੇ ਆ ਕਿ ਆਕੜ ਕੇ ਨੱਚਿਆ ਨਹੀਂ ਜਾ ਸਕਦਾ ਤੇ ਗੁੱਸੇ 'ਚ ਗਾਇਆ ਨਹੀਂ ਜਾ ਸਕਦਾ। ਸਾਡੇ ਦੋਵੇਂ ਮੁੱਖ ਮੰਤਰੀ, ਇੱਕ ਜਾ ਚੁੱਕੇ ਇੱਕ ਆ ਗਏ, ਇੱਕ ਨੱਚ ਰਿਹਾ ਦੂਜਾ ਗਾ ਰਿਹਾ। ਖਿਜੇ ਤੇ ਗੁੱਸੇ 'ਚ ਫਿਰਦੇ ਅਹੁਦਾ ਨਾ ਪਾ ਸਕਣ ਵਾਲੇ ਲੋਕਾਂ ਲਈ ਇਹ ਸਟੇਟਮੈਂਟ ਇੱਕ ਨਸੀਹਤ ਵਾਂਗ ਹੈ। ਦੂਜਾ ਸਵਾਲ, ਹਾਈਕੋਰਟ ਦੇ ਵੱਡੇ ਵਕੀਲ ਸਰਦਾਰ ਜਸਮੇਲ ਸਿੰਘ ਬਰਾੜ ਮੈਨੂੰ ਪੁੱਛਦੇ, ਕਹਿੰਦੇ ਰੰਧਾਵਾ ਕਹਾਵਤ ਸੁਣੀਓ, ਟਿੰਡਾਂ ਬੰਨ੍ਹਦਿਆਂ ਵਾਰੀ ਲੰਘਣੀ। ਮੈਂ ਕਿਹਾ ਅਰਥ ਸਮਝਾ ਦਿਓ। ਕਹਿੰਦੇ ਜਦੋਂ ਖੂਹਾਂ ਦਾ ਜ਼ਮਾਨਾ ਸੀ, ਹਮਾਤੜ ਟਿੰਡਾਂ ਬੰਨ੍ਹਦੇ ਰਹਿ ਜਾਂਦੇ ਸੀ, ਉਹਨੇ ਨੂੰ ਦੂਜਾ ਆਣ ਕੇ ਕਹਿੰਦਾ ਸੀ ਹੁਣ ਜਾਓ ਵਾਰੀ ਸਾਡੀ। ਸਰਕਾਰ ਸ਼ਾਮ ਨੂੰ ਸਹੁੰ ਚੁੱਕ ਲੂ ਸਮੇਂ ਸਿਰ? ਦੱਸਿਓ ਜ਼ਰਾ। ਬਿਲਕੁਲ ਟਾਈਮ ਤੇ ਸੈੱਟ ਹੋ ਗਿਆ ਹੈ, ਪਰ ਉਹ ਜਿਹੜੀ ਕੈਬਨਿਟ ਕੱਲ ਫਾਈਨਲਾਈਜ਼ ਕੀਤੀ ਸੀਗੀ ਉਹਦੇ ਵਿੱਚ ਹਜੇ ਵੀ ਇੱਕ ਰਫੜ ਪਿਆ ਹੋਇਆ ਹੈ। ਉਹ ਰਫੜ ਤੁਹਾਨੂੰ ਯਾਦ ਹੋਏਗਾ, 2 ਉਪ ਮੁੱਖ ਮੰਤਰੀ ਲਾਣੇ ਸੀਗੇ। ਲਾਸਟ ਟਾਈਮ ਤੱਕ ਬ੍ਰਹਮ ਮਹਿੰਦਰਾ ਦਾ ਨਾਂ ਉਸ ਲਿਸਟ ਦੇ ਵਿੱਚ ਸੀਗਾ ਜਿਹੜੀ ਗਵਰਨਰ ਨੂੰ ਭੇਜੀ ਸੀਗੀ, ਪਰ ਉਹ ਲਿਸਟ ਆਖਿਰ ਵਿੱਚ ਬ੍ਰਹਮ ਮਹਿੰਦਰਾ ਦਾ ਨਾਂ ਚੇਂਜ ਕਰਕੇ ਓਪੀ ਸੋਨੀ ਉਹਨਾਂ ਸਹੁੰ ਚੱਕ ਗਏ। ਅੱਜ ਵੀ ਜਿਨ੍ਹਾਂ ਮੰਤਰੀਆਂ ਦਾ ਨਾਂ ਫਾਈਨਲ ਹੋਇਆ ਹੈ ਉਹਨਾਂ ਦੇ ਵਿੱਚੋਂ ਇੱਕ ਨਾਂ ਦੇ ਉੱਤੇ ਰਫੜ ਪਿਆ ਹੋਇਆ ਹੈ। ਕੁਝ ਲੋਕ ਕਿਸੇ ਨੂੰ ਇਨ ਕਰਨਾ ਚਾਹੁੰਦੇ ਨੇ ਤੇ ਕੁਝ ਲੋਕ ਕਿਸੇ ਨੂੰ ਆਊਟ ਕਰਨਾ ਚਾਹੁੰਦੇ ਨੇ। ਇਸ ਇਨ ਔਰ ਆਊਟ ਦੇ ਚੱਕਰ ਵਿੱਚ ਜਦ ਤੱਕ ਪੂਰਾ ਮੰਤਰੀ ਮੰਡਲ ਸਹੁੰ ਨਹੀਂ ਚੱਕਦਾ ਤਦ ਤੱਕ ਉਹ ਸਹੁੰ ਚੁੱਕਣ ਵਾਲੇ ਮੰਤਰੀਆਂ ਦੀ ਸਾਹ ਅਟਕੀ ਹੋਈ ਹੈ ਔਰ ਆਪਣੇ ਆਪ ਵਿੱਚ ਧੁੱਕ ਲੱਗੀ ਹੋਈ ਹੈ ਕਿਤੇ ਸਾਡਾ ਨਾਂ ਨਾ ਆ ਜਾਏ ਜਾਣ ਵਾਲਿਆਂ ਦੇ ਵਿੱਚ। ਔਰ ਜਿਨ੍ਹਾਂ ਨੇ ਅੰਦਰ ਵੜਨਾ ਹੈ ਉਹ ਆਪਣਾ ਪੂਰਾ ਜ਼ੋਰ ਲਾ ਰਹੇ। ਸੋਨੀਆ ਗਾਂਧੀ ਉਹਨਾਂ ਅੱਜ ਉਹਨਾਂ ਦੇ ਨਾਂ ਤੇ ਕੋਈ ਪ੍ਰਵਾਨਗੀ ਕਰਦੇ, ਪਰ ਜਿਹਦਾ ਨਾਂ ਕੱਟਿਆ ਜਾਣਾ ਹੈ, ਇਹ ਇੱਕ ਲੜਾਈ ਬੜੀ ਓਪਨ ਜੀ ਲੱਗਦੀ ਹੈ, ਕਿਉਂਕਿ ਕੌਣ ਕਿਹਦਾ ਨਾਂ ਕਟਾ ਰਿਹਾ ਹੈ ਉਹ ਵੀ ਪਤਾ ਹੈ, ਕੌਣ ਕਿਹਦਾ ਨਾਂ ਪਵਾ ਰਿਹਾ ਹੈ ਉਹ ਵੀ ਪਤਾ ਹੈ। ਇੱਦਾਂ ਦੇ ਹਾਲਾਤ ਵਿੱਚ ਇਹ ਲੜਾਈ ਕਿਸੇ ਦੂਜੇ ਬੰਨੇ ਜਾਂ ਦੂਜੇ ਲੈਵਲ 'ਤੇ ਨਾ ਪਹੁੰਚ ਜਾਏ। ਭਾਵੇਂ ਸਹੁੰ 'ਤੇ ਚੱਕੀ ਜਾਏ, ਸਹੁੰ ਚੱਕਣ ਤੋਂ ਬਾਅਦ ਫਿਰ ਦੁਬਾਰਾ ਸਹੁੰ ਖਾਣ ਦੀ ਵਾਰੀ ਨਾ ਆ ਜਾਏ ਕਿ ਮੈਂ ਤੈਨੂੰ ਨਹੀਂ ਛੱਡੂੰਗਾ ਜਾਂ ਮੈਂ ਤੈਨੂੰ ਰੋਲ ਕੇ ਰੱਖ ਦੂੰਗਾ। ਇੱਦਾਂ ਦੀ ਸੋਚ ਚੱਕਣ ਦੀ ਵਾਰੀ ਨਾ ਆ ਜਾਏ 4:30 ਵਜੇ ਤੋਂ ਬਾਅਦ। ਇਹ ਵੀ ਗੱਲ ਬੜੀ ਢੁਕਵੀਂ ਜੀ ਹੈਗੀ ਔਰ ਦੇਖਣ ਨੂੰ ਮਿਲ ਸਕਦੀ ਹੈ ਕਿ ਕੁਝ ਲੋਕ, ਕੁਝ ਰਾਜਨੀਤਿਕ, ਕੁਝ ਪੋਲੀਟੀਸ਼ੀਅਨ ਕਿਸੇ ਦੂਜੇ ਨੂੰ ਬਰਬਾਦ ਕਰਨ ਦੀ ਸਹੁੰ ਚੱਕ ਲੈਣ ਸਹੁੰ ਚੁੱਕ ਸੈਰਾਮਨੀ ਤੋਂ ਬਾਅਦ। ਬਿਲਕੁਲ ਠੀਕ ਹੈ। ਨਵਜੋਤ ਸਿੰਘ ਸਿੱਧੂ ਐਨਰਜੈਟਿਕ ਰਾਜਾ ਵੜਿੰਗ ਦੇ ਘਰ ਜਾਂਦੇ ਜੱਫੀ ਚ ਲੈ ਕੇ ਕਹਿੰਦੇ ਆ ਕਿ ਤੂੰ ਸਾਡਾ ਸਰਮਾਇਆ ਹੈ, ਤੈਨੂੰ ਕੰਪਾਊਂਡ ਇੰਟਰਸਟ ਨਾਲ ਤੇਰੇ ਤੋਂ ਵਸੂਲੀ ਕਰਨੀ ਅਸੀਂ। ਇਹੀ ਗੱਲ ਜੇਕਰ ਦੂਜੇ ਬੰਨੇ ਨਵਜੋਤ ਸਿੰਘ ਸਿੱਧੂ ਜਿੰਨੇ ਅਹਿਮ ਮਨਪ੍ਰੀਤ ਬਾਦਲ ਦੇ ਨਜ਼ਰੀਏ ਤੋਂ ਵੇਖਣਾ ਹੋਊ ਤੇ ਮੈਨੂੰ ਲੱਗਦਾ ਸ਼ਰੀਕ ਦਾ ਬਰਾਬਰ ਤੇ ਖਲੋ ਜਾਣਾ ਔਖਾ ਹੁੰਦਾ ਹਜਮ ਕਰਨਾ। ਖੈਰ ਵਾਪਰ ਰਿਹਾ, ਕਾਂਗਰਸ ਦੀ ਹਾਈ ਕਮਾਂਡ ਬਦਲੀ ਹੋਈ ਆ, ਕਨ੍ਹਈਆ ਕੁਮਾਰ ਦੀ ਆਮਦ ਹੋ ਰਹੀ ਆ, ਕੁਝ ਪੁਰਾਣੇ ਲੋਕ ਆ ਰਹੇ ਆ, ਪੰਜਾਬ ਦੇ ਵਿੱਚ ਵੀ ਨਵੀਂ ਤਰ੍ਹਾਂ ਦਾ ਤਜਰਬਾ ਕੀਤਾ ਜਾ ਰਿਹਾ। ਇਸ ਵੇਲੇ ਇਹ ਜਿਹੜੀ ਵਜ਼ਾਰਤ ਆ ਇਹਦੇ ਵਿੱਚ ਇੱਕ ਮੈਸੇਜ ਕਲੀਅਰ ਚਲੇ ਗਿਆ ਕਿ ਕਿਸੇ ਧੜੇ ਦੀ ਨਹੀਂ ਚੱਲੀ, ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਚੱਲੀ। ਰਾਹੁਲ ਗਾਂਧੀ ਨੇ ਸਟੈਂਪ ਲਾਤੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਦੌਰ ਜਾ ਚੁੱਕਿਆ, ਹੁਣ ਹਾਈ ਕਮਾਂਡ ਦਾ ਦੌਰ ਹੈ। ਜਿਹਦੀ ਜਿੰਨੀ ਲੌਬਿੰਗ ਸੀ ਅਗਲੇ ਨੇ ਕਰਕੇ ਦੇਖ ਲਈ, ਸਮੀਕਰਨ ਸਾਰੇ ਜਮਾ ਜੋੜ ਕਰ ਲਏ, ਫਿਰ ਵੀ ਰੌਲਾ ਪੈਂਦਾ ਹੈ ਤਾਂ ਫਿਰ ਇਹ ਵੀ ਰੌਲਾ ਪੈਣਾ ਚਾਹੀਦਾ ਹੈ। ਤੁਹਾਨੂੰ ਯਾਦ ਹੀ ਹੋਣਾ ਹੈ ਕਿ ਬ੍ਰਹਮ ਮਹਿੰਦਰਾ ਤੁਸੀਂ ਜ਼ਿਕਰ ਕਰ ਹੀ ਚੁੱਕੇ ਹੋ ਕਿ ਡਿਪਟੀ ਸੀਐਮ ਬਣਦੇ ਬਣਦੇ ਰਹਿ ਗਏ, ਓਪੀ ਸੋਨੀ ਬਾਜੀ ਮਾਰ ਗਏ। ਲੇਕਿਨ ਸਵਾਲ ਉਸ ਤੋਂ ਵੀ ਵੱਡਾ ਖੜਾ ਹੈ ਕਿ ਆਉਂਦੇ ਦਿਨੀ ਇਹ ਸਹੁੰਆਂ ਚੁੱਕਣ ਤੋਂ ਬਾਅਦ ਇੱਕ ਅੱਧ ਦਿਨ ਦੇ ਵਿੱਚ ਇਹ ਵੀ ਸਿਆਪੇ ਪੈਣ ਵਾਲੇ ਆ, ਕਿਹੜਾ ਮਹਿਕਮਾ ਕਿਹਦੇ ਕੋਲ। ਸਾਰੇ ਹੀ ਸੱਪ ਨੇ। ਮੈਂ ਮਾਫੀ ਚਾਹੁੰਦਾ, ਪੰਜਾਬੀ ਦੀਆਂ ਕਹਾਵਤਾਂ ਕਲੋਲਾਂ ਜੀਆਂ ਕਰ ਲਈਆਂ, ਕਿਉਂਕਿ ਸੱਪ ਮੈਂ ਤਾਂ ਕਿਹਾ ਖੜੱਪੇ ਨੇ, ਡੰਗ ਮਾਰਦੇ ਵੀ ਆ, ਜ਼ਹਿਰ ਰੱਖਦੇ ਵੀ ਆ ਪੂਰਾ। ਪਰ ਸਵਾਲ ਇਹ ਆ ਕਿ 2-2.5 ਮਹੀਨਿਆਂ ਦੇ ਵਿੱਚ ਸੱਪ ਕਿਹੜਾ ਕੱਢਣਾ ਹੈ, ਇਹ ਵੀ ਦੇਖਣ ਵਾਲੀ ਗੱਲ ਆ। 22 ਦੇ ਵਿੱਚ ਗਿਣਤੀਆਂ ਗਣਾਉਣੀਆਂ, ਸਰਕਾਰ ਬਦਲ ਕੇ ਸਰਕਾਰ ਬਣਾ ਲਈ, ਚਿਹਰਾ ਕਿੱਦਾਂ ਬਦਲਣਾ ਹੈ। ਸਰਕਾਰ ਪਿਛਲੀ 4.5 ਸਾਲ ਲਥਾਰਜਿਕ ਰਹੀ, ਉਦਾਸੀਨ ਰਹੀ, ਇਹ ਦੀ ਪਰਸੈਪਸ਼ਨ ਹੈ। ਲੇਕਿਨ ਤੁਹਾਡੀ ਪਰਸੈਪਸ਼ਨ 2 ਮਹੀਨਿਆਂ 'ਚ ਕਿਵੇਂ ਬਦਲੂਗੀ, ਇਹਦੇ ਤੇ ਫੋਕਸ ਕਰਨਾ ਪਊਗਾ। ਪਰ ਅਜੇ ਤਾਂ ਟਿੰਡਾਂ ਹੀ ਬੰਨੀ ਜਾਂਦੇ ਆ, ਵਾਰੀ ਬੂਰੀ ਤਾਂ ਏਦਾਂ ਨਾ ਲੰਘ ਜੇ ਕਿਤੇ, ਫਿਰ ਮੈਨੂੰ ਟਿੱਪਣੀ ਦਿਓ ਜ਼ਰਾ। ਦੇਖੋ 4:30 ਵਜੇ ਹਾਲਾਂਕਿ ਇੱਕ ਮੰਤਰੀ ਦੇ ਇਨ ਔਰ ਆਊਟ ਦੀ ਗੱਲ ਚੱਲਦੀ ਹੈ। ਚਲੋ ਜੋ ਵੀ ਕੁਝ ਹੋਇਆ ਸਹੁੰ ਤੇ ਇਹ ਚੱਕੀ ਜਾਏਗੀ 4:30 ਵਜੇ। ਕਿਹਾ ਜਾਂਦਾ ਹੈ ਕਿ ਹੋਰ 1 ਘੰਟੇ ਬਾਅਦ ਪੋਰਟਫੋਲੀਓ ਵੀ ਵੰਡ ਦਿੱਤੇ ਜਾਣਗੇ।
ਉਸ ਪੋਰਟਫੋਲੀਓ ਦੇ ਵਿੱਚ ਕਿਹਨੂੰ ਕੀ ਮਿਲਦਾ ਹੈ, ਇਹਦੇ ਉੱਤੇ ਵੀ ਰਫੜ ਪੈਣ ਦੀ ਉਮੀਦ ਤੇ ਹੈਗੀ ਹੈ। ਪਰ ਉਸ ਤੋਂ ਬਾਅਦ ਜਿਹੜੀ ਚੁਣੌਤੀਆਂ ਇਸ ਸਰਕਾਰ ਦੇ ਸਾਹਮਣੇ ਹੋਏਗੀ ਉਹ ਬਹੁਤ ਵੱਡੀਆਂ। ਕੁਝ ਦੇ ਕੰਮ ਇਦਾਂ ਦੇ ਹੈਗੇ ਆ ਜਿਹੜੇ ਇੱਕ ਚੀਜ਼ ਰਫੜ ਪਊ ਤੇ ਜ਼ਰੂਰ, ਪਰ ਬਾਹਰ ਨਹੀਂ ਆਉਣਾ। ਸੁਣਿਆ ਹਾਈ ਕਮਾਂਡ ਬਗਾਵਤ ਕਰਨ ਵਾਲਿਆਂ ਦੇ ਖਿਲਾਫ ਸਖਤ ਐਕਸ਼ਨ ਲੈਣ ਦੇ ਰੌਂ 'ਚ ਹੈ ਕਿ ਆ 5-4 ਦਿਨਾਂ 'ਚ ਜੋ ਕਰਨਾ ਕਰ ਲਓ, ਜਿਹੜਾ ਮੁੜ ਕੇ 19-21 ਕਰੇ ਉਹਨੂੰ ਝਟਕਾ ਦਿਓ। ਇਹ ਮੈਸੇਜ ਲੱਗ ਰਿਹਾ। ਔਰ ਇਸ ਵਾਰੀ ਇਸ ਮੌਕੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਪਾਵਰਫੁਲ ਹੁੰਦੇ ਜਾ ਰਹੇ ਆ। ਰਾਹੁਲ ਗਾਂਧੀ ਔਰ ਚਰਨਜੀਤ ਸਿੰਘ ਚੰਨੀ ਦੇ ਦਰਮਿਆਨ ਇਕੁਏਸ਼ਨ ਬਿਹਤਰ ਹੋ ਚੁੱਕੀ ਆ ਔਰ 2 ਮਹੀਨੇ ਮੈਨੂੰ ਲੱਗਦਾ ਫ੍ਰੀ ਹੈਂਡ ਮਿਲਣ ਵਾਲਾ ਹੈ। ਤੇ ਉਹ ਫ੍ਰੀ ਹੈਂਡ ਦੇ ਵਿੱਚ ਹੋ ਸਕਦਾ ਬਹੁਤ ਵੱਡੇ ਵੱਡੇ ਧਨੰਤਰ, ਬੜੇ ਵੱਡੇ ਵੱਡੇ ਚਿਹਰੇ ਸ਼ਾਇਦ ਥੋੜਾ ਜਿਹਾ ਅੰਦਰੇ ਅੰਦਰ ਨਾਰਾਜ਼ ਵੀ ਰਹਿਣ, ਕਿਉਂਕਿ ਪਰਸੈਪਸ਼ਨ ਤਾਂ ਹੋਰ ਸੀ ਕਿ ਪਾਵਰਫੁਲ ਕੋਈ ਹੋਰ, ਲੇਕਿਨ ਪਾਵਰ ਕਿਧਰੇ ਹੋਰ ਚਲੇਗੀ ਤੇ ਪਾਵਰਫੁਲ ਕੋਈ ਹੋਰ ਬਣਦਾ ਜਾ ਰਿਹਾ। ਇਹਦੇ ਤੇ ਟਿੱਪਣੀ ਕਰ ਦਿਓ ਤੇ ਗੱਲ ਆਪਣੇ ਨਾਲ ਜਾਰੀ ਰੱਖੋ। ਬਿਲਕੁਲ ਤੁਸੀਂ ਰੰਧਾਵਾ ਜੀ ਜਿਹੜੀ ਗੱਲ ਕਹਿ ਰਹੇ ਹੋ, ਜਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀਗਾ, ਉਸ ਟਾਈਮ ਇਹ ਲੱਗਦਾ ਸੀਗਾ ਵੀ ਦੇਖੋ ਇੱਕ ਕਮਜ਼ੋਰ ਵਿਅਕਤੀ ਨੂੰ ਮੁੱਖ ਮੰਤਰੀ ਬਣਾਤਾ। ਪਰ ਉਹ ਦਿਨ, ਉਹ ਪਰਸੈਪਸ਼ਨ 3-4 ਦਿਨਾਂ ਦੇ ਵਿੱਚ ਹੀ ਚੇਂਜ ਹੋ ਗਈ। ਉਹ ਮੁੱਖ ਮੰਤਰੀ ਲੋਕਾਂ ਦੇ ਵਿੱਚ ਜਿਸ ਤਰੀਕੇ ਨਾਲ ਵਿਚਰਿਆ, ਜਿਸ ਤਰੀਕੇ ਨਾਲ ਲੋਕਾਂ ਦਾ ਮਨ ਜਿੱਤਿਆ, ਔਰ ਕਾਸਟ ਕੰਬੀਨੇਸ਼ਨ ਦਾ ਵੀ ਜਿਹੜਾ ਉੱਭਰ ਕੇ ਆਇਆ ਚਿਹਰਾ, ਉਹਦੇ ਵਿੱਚ ਉਹ ਮੁੱਖ ਮੰਤਰੀ 4-5 ਦਿਨਾਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਗਿਆ। ਹੁਣ ਗੱਲ ਤੇ ਉਹਨਾਂ ਵੱਡੇ ਚਿਹਰਿਆਂ ਦੀ ਹੈ ਜਿਹੜੇ ਸਲਵਾਰ ਸੂਟ ਜਾਂ ਕਹੀਏ ਕਿ ਆਪਣਾ ਪਜਾਮੀਦਾਰ ਜਿਹੜਾ ਕੈਪਟਨ ਸਾਹਿਬ ਪਾਉਂਦੇ ਹੁੰਦੇ ਆ, ਉਹ ਸਵਾ ਕੇ ਬੈਠੇ ਹੋਏ ਸੀ ਕਿ ਵੀ ਹੁਣ ਅਸੀਂ ਤਿਆਰ ਹੈਗੇ ਆ ਕਿ ਮੁੱਖ ਮੰਤਰੀ ਬਣਨ ਵਾਸਤੇ। ਉਹਨਾਂ ਵਾਸਤੇ ਜ਼ਰੂਰ ਔਖਾ ਹੈਗਾ। ਕੁਛ ਤੇ ਗਲੇ 'ਚ ਮਫਲਰ ਵੀ ਪਾ ਕੇ ਬੈਠੇ ਹੋਏ ਸੀ, ਕੁਛ ਸਲਵਾਰ ਜਿਹੜਾ ਪਠਾਨੀ ਸਲਵਾਰ ਕਮੀਜ਼ ਪਾ ਕੇ ਉਹਨਾਂ ਨੇ 5-7 ਹੋਰ ਸਵਾਲੇ ਸੀਗੇ ਕਿ ਆਉਣ ਵਾਲੇ ਦਿਨਾਂ 'ਚ ਇਹਨਾਂ ਦੀ ਲੋੜ ਪੈ ਸਕਦੀ ਹੈ। ਉਹ ਵੀ ਹੁਣ ਥੋੜੀ ਜਿਹੀ ਵੇਟਿੰਗ ਲਿਸਟ 'ਚ ਪੈ ਗਏ ਨੇ। ਪਰ ਇਹ ਸਾਰੀ ਗੱਲਾਂ ਦੇ ਵਿੱਚ ਜਿਹੜਾ ਫ੍ਰੀ ਹੈਂਡ ਦੀ ਗੱਲ ਤੁਸੀਂ ਕੀਤੀ ਹੈ, ਜੇ 2-3 ਮਹੀਨੇ ਦੇ ਵਿੱਚ ਚੰਨੀ ਹੋਣਾ ਕੋਈ ਇੱਦਾਂ ਦਾ ਕੰਮ ਕਰ ਦਿੰਦੇ ਨੇ ਜਿਨ੍ਹਾਂ ਕੰਮਾਂ ਦੀ ਉਮੀਦ ਕੀਤੀ ਜਾਂਦੀ ਹੈ, ਤੇ ਫਿਰ ਚਿਹਰਾ ਬਦਲਣਾ ਬਹੁਤ ਔਖਾ ਹੋਏਗਾ 2022 ਦੇ ਵਿੱਚ। ਕਿਉਂਕਿ ਇੱਕ ਸਕਸੈਸਫੁਲ ਮੁੱਖ ਮੰਤਰੀ ਔਰ ਜਿਨ੍ਹਾਂ ਦੇ ਸਕਸੈਸਫੁਲ ਹੋਣ ਦੀ ਉਮੀਦ ਵੀ ਹੈਗੀ ਹੈ, ਹਾਈ ਕਮਾਂਡ ਦਾ ਹੱਥ ਹੋਏ ਸਿਰ ਤੇ, ਕੰਮ ਕਰਨ ਦੀ ਇੱਛਾ ਹੋਏ, ਆਖਰੀ 3-4 ਮਹੀਨੇ ਹੋਣ, ਇਹਨਾਂ ਮਹੀਨਿਆਂ ਦੇ ਵਿੱਚ ਕੋਈ ਵੀ ਮੁੱਖ ਮੰਤਰੀ ਵਧੀਆ ਕੰਮ ਕਰ ਸਕਦਾ ਹੈ। ਪਰ ਗੱਲ ਤੇ ਉਹਨਾਂ ਮੁੱਦਿਆਂ ਦੀ ਹੈ ਜਿਨ੍ਹਾਂ ਮੁੱਦਿਆਂ ਦੇ ਉੱਤੇ ਕਾਨੂੰਨੀ ਪੇਚ ਫਸੇ ਹੋਏ ਨੇ। ਉਹਨਾਂ ਕਾਨੂੰਨੀ ਪੇਚ ਨੂੰ ਕੱਟ ਕੇ, ਉਹਨਾਂ ਕਾਨੂੰਨੀ ਪੇਚ ਦੇ ਵਿੱਚ ਰਹਿੰਦੇ ਹੋਏ ਜੇ ਤੁਸੀਂ ਵਧੀਆ ਕੰਮ ਕਰ ਜਾਂਦੇ ਹੋ ਤੇ ਕੰਮ ਬਹੁਤ ਅੱਗੇ ਤੱਕ ਜਾਏਗਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ 2022 ਦੇ ਵਿੱਚ ਭਾਵੇਂ ਕਾਂਗਰਸ ਹਾਈ ਕਮਾਂਡ ਨੇ 2 ਚਿਹਰਿਆਂ ਦੀ ਗੱਲ ਕੀਤੀ ਹੈ, ਕਿਤੇ ਉਹਨਾਂ 2 ਚਿਹਰਿਆਂ ਦੇ ਵਿੱਚੋਂ ਇੱਕੋ ਚਿਹਰਾ ਨਾ ਰਹਿ ਜਾਏ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਚੁੱਕਿਆ ਹੋਏ, ਆਪਣੇ ਕੰਮ ਕਰਕੇ ਦਿਖਾ ਚੁੱਕਿਆ ਹੋਏ। ਇਹ ਗੱਲ ਹੁਣ ਸ਼ੁਰੂ ਹੋ ਗਈ ਹੈ ਰਾਜਨੀਤਿਕ ਸਰਕਲ ਦੇ ਵਿੱਚ ਕਿ ਚੰਨੀ ਹੋਣਾ, ਤੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਹੋਰ ਮੁੱਖ ਮੰਤਰੀਆਂ ਦੇ ਵਾਸਤੇ ਕਾਂਗਰਸ ਦੇ ਵਿੱਚ ਨਾ ਅੱਗੇ ਚੱਲਦੇ ਸੀਗੇ, ਉਹਨਾਂ ਤੋਂ ਵਧੀਆ ਕੰਮ ਅਗਰ ਚੰਨੀ ਸਾਹਿਬ ਕਰ ਜਾਂਦੇ ਨੇ, ਮੈਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਬਹਾਰਾਂ ਚੇਂਜ ਹੋ ਜਾਣੀਆਂ। ਜਿਹੜੇ ਵੱਡੇ ਨਾਮਾਂ ਦੀ ਅਸੀਂ ਗੱਲ ਕਰਦੇ ਸੀ ਵੀ ਆਹ ਨਹੀਂ ਉਹ ਨਹੀਂ ਉਹ ਇੱਦਾਂ ਹੀ ਰਹਿ ਜਾਣ ਔਰ ਚੰਨੀ ਸਾਹਿਬ ਆਪਣਾ ਕੰਮ ਕਰ ਜਾਣ। ਬਿਲਕੁਲ ਲੇਕਿਨ ਮੈਂ ਲੱਗਦਾ ਹੈ ਕਿ ਉਹਨਾਂ ਕਾਨੂੰਨੀ ਪੇਚ ਵਾਲੇ ਮਾਮਲਿਆਂ ਦੇ ਉੱਤੇ ਚੰਨੀ ਸਾਹਿਬ ਕੰਮ ਕਰ ਜਾਣਗੇ। ਹਾਂ, ਇਹ ਮੈਂ ਇਹਦੇ ਤੇ ਆਉਣ ਲੱਗਿਆ, ਲੇਕਿਨ ਮੈਂ ਇਸ ਤੋਂ ਪਹਿਲਾਂ ਕੱਲ ਇੱਕ ਅਸੀਂ ਖਬਰ ਦਿੱਤੀ ਸੀ, ਉਹਦੇ ਤੇ ਦਰੁਸਤੀ ਕਰ ਦਈਏ। ਜੋ ਮੀਡੀਆ 'ਚ ਚੱਲਦਾ ਕਈ ਵਾਰੀ ਅਸੀਂ ਉਹਨੂੰ ਐਟ ਰੈਂਡਮ ਲੈ ਲੈਂਦੇ ਆ ਕਿ ਸੱਚ ਹੀ ਹੋਣੀ ਆ ਕਿ ਬਹੁਤ ਸਾਰੇ ਪਲੇਟਫਾਰਮ ਇਹ ਦੇ ਰਹੇ ਆ ਕੈਪਟਨ ਸਾਹਿਬ ਪਹਾੜ ਨੂੰ ਚਲੇ ਗਏ। ਲੇਕਿਨ ਜਿਉਂ ਹੀ ਅਸੀਂ ਇਹ ਖਬਰ ਪ੍ਰਕਾਸ਼ਿਤ ਕੀਤੀ ਜਾਂ ਅਸੀਂ ਇਹ ਆਪਣੇ ਪ੍ਰੋਗਰਾਮ 'ਚ ਜ਼ਿਕਰ ਕੀਤਾ, ਉਸ ਤੋਂ ਬਾਅਦ ਕੈਪਟਨ ਕੈਂਪ ਦੇ ਕੈਪਟਨ ਘੇਰਿਆਂ 'ਚੋਂ ਇੱਕ ਫੋਨ ਕਾਲ ਆਉਂਦੀ ਹੈ ਕਿ ਕੈਪਟਨ ਤਾਂ ਕਿਤੇ ਨਹੀਂ ਗਏ, ਤੁਸੀਂ ਦਰੁਸਤ ਕਰ ਲਓ ਆਪਣਾ ਡਾਟਾ। ਤੇ ਮੈਂ ਨਾਲ ਹੀ ਅਗਲੀ ਗੱਲ ਪੁੱਛਦਾ, ਕਹਿੰਦੇ ਜੀ ਕੈਪਟਨ ਸਾਹਿਬ ਕੜਛੀ ਫੇਰੀ ਜਾਂਦੇ ਨੇ, ਉਹ ਤਾਂ ਲੰਗੋਟ ਕੱਸ ਕੇ ਬੈਠੇ ਆ, ਕਹਿੰਦੇ ਫਾਈਟ ਕਰਨੀ, ਪਹਾੜੀ ਨਹੀਂ ਚੜ੍ਹਨਾ, ਹੁਣ ਤਾਂ ਦਿੱਲੀ ਨੂੰ ਜਾਵਾਂਗੇ, ਹੁਣ ਪਹਾੜ ਵੱਲ ਨਹੀਂ ਜਾਣਾ। ਤੇ ਸ਼ਾਮ ਨੂੰ ਉਹ ਖਬਰ ਜਿਹੜੀ ਉਸੇ ਹੀ ਤਰੀਕੇ ਨਾਲ ਅੱਗੇ ਵੱਧਦੀ ਆ ਕਿ ਕੈਪਟਨ ਸਾਹਿਬ ਗਾ ਰਹੇ ਨੇ ਔਰ ਮਸਤੀ ਦੇ ਵਿੱਚ ਆਪਣੇ ਪੁਰਾਣੇ ਸਾਥੀਆਂ ਨਾਲ ਖੜੇ ਨੇ। ਇੱਕ ਅਹਿਮ ਸਵਾਲ ਆ ਕਿ ਇਸ ਵਾਰੀ ਦੀ ਟਰਮ ਜਿਹੜੀ ਸੀ ਐਜ਼ ਅ ਚੀਫ ਮਿਨਿਸਟਰ, ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਜਿਹੜਾ ਉਹਨਾਂ ਦਾ ਸ਼ੋਭਾ ਸੀ, ਉਹ ਐਕਸ ਸਰਵਿਸਮੈਨ ਨੇ, ਉਹਨਾਂ ਨੇ ਪੂਰੇ ਪੰਜਾਬ 'ਚ ਹਜ਼ਾਰਾਂ ਲੋਕ ਆਪਣੇ ਨਾਲ ਜੋੜ ਲਏ।
ਉਹ ਸ਼ਾਇਦ ਬਹੁਤ ਇੱਕ ਮਹੀਨ ਜਿਹਾ ਵਰਤਾਰਾ ਸੀ, ਕਿਸੇ ਨੂੰ ਬਹੁਤ ਨਜ਼ਰ ਨਹੀਂ ਆਉਂਦਾ ਹੋਊਗਾ। ਪਿੰਡ ਪੱਧਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਐਕਸ ਸਰਵਿਸਮੈਨ ਐਕਟਿਵ ਸੀਗੇ, ਉਹਨਾਂ ਕੋਲ ਇਹ ਤਗੜਾ ਇੱਕ ਆਧਾਰ ਬਣ ਗਿਆ ਜਿਹੜਾ ਲੜਾਈ ਲੜੀ ਜਾ ਸਕਦੀ ਹੈ। ਆਉਂਦੇ ਦਿਨ ਟਫ ਹੋਣ ਵਾਲੇ ਆ, ਲੇਕਿਨ ਮੈਂ ਉਸ ਮੁੱਦੇ ਤੇ ਆਵਾਂ ਜਿਹੜਾ ਮੁੱਦਾ ਬਹੁਤ ਦਿਲਚਸਪ ਹੈ ਕਿ ਜੇਕਰ ਸਰਕਾਰ ਕੋਰ ਇਸ਼ੂਜ਼ ਦੇ ਉੱਤੇ ਮੰਥਨ ਨਹੀਂ ਕਰਦੀ, ਅੱਜ ਸ਼ਾਮ ਨੂੰ ਜਾਂ ਕੱਲ ਤੋਂ ਸ਼ੁਰੂ ਨਹੀਂ ਕਰਦੀ, ਲੋਕਾਂ ਸਵਾਲ ਪੁੱਛਣੇ ਸ਼ੁਰੂ ਕਰਨੇ ਆ ਕਿ ਪਹਿਲੀ ਬਦਲਣ ਦੀ ਕੀ ਲੋੜ ਸੀ। ਚਰਨਜੀਤ ਸਿੰਘ ਚੰਨੀ ਨੇ ਆਪਣਾ ਚਿਹਰਾ ਸਾਫ਼ ਕਰਤਾ, ਜਿਹੜੀਆਂ ਨਿਯੁਕਤੀਆਂ ਹੁਣ ਤੱਕ ਹੋਈਆਂ, ਜਿਸ ਤਰੀਕੇ ਨਾਲ ਉਹ ਅੱਗੇ ਵਧੇ ਆ, ਕਾਫੀ ਓਨੈਸਟ ਤੇ ਵਧੀਆ ਅਫਸਰ ਉਹਨਾਂ ਜੋੜੇ ਨੇ। ਲੇਕਿਨ ਇਹ ਵੇਖਣ ਵਾਲੀ ਗੱਲ ਆ ਕਿ ਉਹਨਾਂ ਦੀਆਂ ਮੁੱਖ ਤਰਜੀਹਾਂ ਕੀ ਹੋਣਗੀਆਂ। ਵਿਵਾਦਿਤ ਇਸ਼ੂਜ਼, ਨਸ਼ੇ ਵਾਲੇ ਇਸ਼ੂਜ਼, ਬੇਅਦਬੀ ਵਾਲੇ ਮਾਮਲਿਆਂ 'ਚੋਂ ਬਣੀਆਂ SITs ਦੇ ਵਿੱਚ ਕੋਈ ਫੇਰਬਦਲ ਕਰਦੇ ਆ, ਜਾਂ ਉਹਨਾਂ ਨੂੰ ਕਿਵੇਂ ਸਪੀਡ ਅਪ ਕਰਦੇ ਆ। ਜਿਹੜੀਆਂ ਅਦਾਲਤਾਂ ਜਿਹੜੀਆਂ ਸਪੀਡ ਕੀ ਕਹਿੰਦੇ ਹੁੰਦੇ ਉਹਨਾਂ ਨੂੰ, ਜਿਹੜੇ ਡੇ ਬਾਈ ਡੇ ਤੇ ਕਰਦੀਆਂ ਨੇ ਫਾਸਟ ਟਰੈਕ, ਜੇ ਉਹ ਫਾਸਟ ਟਰੈਕ ਅਦਾਲਤਾਂ ਲਈ ਕੋਈ ਕਦਮ ਲੈਂਦੇ ਆ, ਜੇ ਉਹ ਕੈਬਨਿਟ 'ਚ ਜਿਹੜਾ ਵੀ ਢੁਕਵਾਂ ਮੰਚ ਹੈ, ਜੇ ਸਰਕਾਰ ਆਪਣੇ ਤੌਰ ਤੇ ਗੱਲ ਅੱਗੇ ਵਧਾਉਂਦੀ ਹੈ ਮਾਣਯੋਗ ਹਾਈ ਕੋਰਟ ਨਾਲ ਰਲ ਕੇ, ਫਿਰ ਤਾਂ ਇੱਕ ਮੈਸੇਜ ਜਾਊਗਾ ਕਿ ਕਰ ਰਹੇ ਨੇ, ਸੁਹਿਰਦ ਤਰੀਕੇ ਨਾਲ ਕਰੇ। ਤੇ ਜੇਕਰ ਬਿਆਨਬਾਜ਼ੀਆਂ ਹੀ ਹੋਣੀਆਂ ਜਾਂ ਬਿਆਨਬਾਜ਼ੀਆਂ ਅੱਗੇ ਨਾਲੋਂ ਤਿੱਖੀਆਂ ਹੋ ਜਾਂਦੀਆਂ, ਤਾਂ ਉਹਨੂੰ ਆਧਾਰ ਬਣਾ ਕੇ ਜਿੰਨੇ ਵੀ ਲੋਕ ਕਟਹਿਰੇ 'ਚ ਖੜੇ ਕੀਤੇ ਜਾਣੇ ਆ, ਉਹ ਅਦਾਲਤਾਂ 'ਚ ਜਾਣਗੇ, ਰਾਤਾਂ ਮਿਲਣਗੀਆਂ, ਇਨਸਾਫ ਨਹੀਂ ਮਿਲੂਗਾ। ਆਉਂਦੇ ਦਿਨ 2-3 ਇਸ ਹਫਤਾ ਜਿਹੜਾ ਆ ਰਿਹਾ, ਅੱਜ ਸੰਡੇ ਆ, ਅੱਜ ਸਰਕਾਰ ਦਾ ਮੁਹਾਂਦਰਾ ਹੋਣਾ ਹੈ ਕਲੀਅਰ, ਕੱਲ ਸਵੇਰ ਤੱਕ ਸਾਰੇ ਦੇ ਸਾਰੇ ਵਿਅਕਤੀ ਆਪਣੇ ਅਹੁਦੇ ਜਾ ਕੇ ਸੰਭਾਲ ਲੈਣਗੇ। ਲੇਕਿਨ ਕੀ ਸਰਕਾਰ ਇੱਕਦਮ ਜੰਪ ਮਾਰ ਕੇ ਇੱਕ ਮੁੱਦੇ ਤੋਂ ਸ਼ੁਰੂ ਕਰ ਲਊਗੀ? ਕਿਵੇਂ ਹੋਊਗਾ? ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਹੈ, ਤੁਹਾਨੂੰ ਲੱਗਦਾ ਇਹ ਓਨਾ ਆਸਾਨ ਟਾਸਕ ਹੈ ਜਿੰਨਾ ਸਰਕਾਰ ਬਦਲ ਕੇ ਸੋਚਿਆ ਜਾ ਸਕਦਾ ਸੀ? ਜਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਰਲੇ ਹੋਏ ਸਿਆਸਤਦਾਨ ਦੀ ਤਸ਼ਬੀਹ ਦੇ ਕੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਤੇ ਪਾਤੀਆਂ ਗਈਆਂ, ਹੁਣ ਉਹਨਾਂ ਪਈਆਂ ਹੋਈਆਂ ਚੀਜ਼ਾਂ ਨੂੰ ਮੁੜ ਕੇ ਜਿੰਦਾ ਕਰਨਾ ਤੇ ਇਨਸਾਫ ਦੇਣੇ ਸਭ ਤੋਂ ਔਖੀ ਖੀਰ ਹੋਊਗੀ, ਟੇਢਾ ਮਸਲਾ ਹੋਊਗਾ। ਕੀ ਕਹਿੰਦੇ ਹੋ ਰੰਧਾਵਾ ਜੀ? ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪਰਸੋਂ ਇੰਟਰਵਿਊ ਦਿੱਤਾ ਸੀਗਾ, ਔਰ ਉਸ ਇੰਟਰਵਿਊ ਦੇ ਵਿੱਚ ਹਾਈ ਕਮਾਂਡ ਤੋਂ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀਗੀ, ਨਾਲ ਦੇ ਨਾਲ ਇਹ ਕਿਹਾ ਸੀਗਾ ਕਿ ਮੈਂ ਸਿੱਧੂ ਨੂੰ ਨਹੀਂ ਛੱਡੂਗਾ, ਜੇ ਸਿੱਧੂ ਇਲੈਕਸ਼ਨ ਲੜੇਗਾ ਤੇ ਉਹਦੇ ਖਿਲਾਫ ਮੈਂ ਆਪਣਾ ਇੱਕ ਤਗੜਾ ਉਮੀਦਵਾਰ ਖੜਾ ਕਰੂੰਗਾ। ਉਸ ਤੋਂ ਬਾਅਦ ਸਾਰੀ ਨਜ਼ਰਾਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾ ਫਾਰਮ ਦੇ ਉੱਤੇ ਟਿਕੀ ਹੋਈ ਸੀ। CID ਦੇ ਬੜੇ ਬੰਦੇ ਲੱਗ ਗਏ ਸੀ ਕਿ ਇੱਥੇ ਕੀ ਚੱਲਦਾ ਹੈ, ਕੀ ਐਕਟੀਵਿਟੀ ਚੱਲਦੀ ਹੈ, ਪਤਾ ਕਰੋ ਕਿ ਕੈਪਟਨ ਸਾਹਿਬ ਦੀ ਅਗਲੀ ਮੂਵ ਕੀ ਹੈ। ਉਹ ਕੱਲ ਗਾਣੇ ਗਾਉਂਦੇ ਹੋਏ ਪਾਏ ਗਏ। ਜਿਹਦੇ ਦੂਜੇ ਪਾਸੇ ਚੰਨੀ ਉਹਨਾਂ ਭਾਵੇਂ PTU 'ਚ ਆਏ ਹੋਣ ਜਾਂ ਇੱਕ ਹੋਰ ਫੰਕਸ਼ਨ ਦੇ ਵਿੱਚ ਉਹ ਭੰਗੜੇ ਪਾਉਂਦੇ ਦੇਖੇ ਗਏ। ਮਾਹੌਲ ਤੇ ਇਹ ਵੇ ਕਿ ਕਾਂਗਰਸ ਦੇ ਵਿੱਚ ਇੱਕ ਬਾਗੀ, ਇੱਕ ਨਾਰਾਜ਼ ਲੀਡਰ, ਜਿਹਦੇ ਤੋਂ ਉਮੀਦ ਕੀਤੀ ਜਾਂਦੀ ਸੀ ਵੀ ਉਹ ਆਪਣੀ ਪੂਰੀ ਸੈਨਾ ਤਿਆਰ ਕਰਦਾ ਹੋਏਗਾ, ਉਹ ਗਾਣੇ ਗਾਉਂਦਾ ਹੈ, ਉਹ ਗੋਰੀ ਗੋਰੀ, ਉਹ ਬਾਕੇ ਛੋਰੇ, ਇੱਦਾਂ ਦੇ ਗਾਣੇ ਦੇ ਵਿੱਚ ਉਹ ਤਿਆਰੀ, ਉਹ ਲੜਾਈ ਨਜ਼ਰ ਨਹੀਂ ਆਉਂਦੀ। ਪਰ ਕਿਤੇ ਕਈ ਚੀਜ਼ਾਂ ਦਿਖਾਉਣ ਦੀ ਹੋਰ ਹੁੰਦੀ ਹੈ, ਅੰਦਰ ਖਾਤੇ ਕੁਝ ਹੋਰ ਹੁੰਦੀ ਹੈ। ਕੈਪਟਨ ਸਾਹਿਬ ਜੋ ਪਹਿਲੇ ਹੀ ਡਿਕਲੇਅਰ ਕਰ ਚੁੱਕੇ ਨੇ ਕਿ ਮੈਂ ਸ਼ਾਂਤ ਬੈਠਣ ਵਾਲਾ ਨਹੀਂ ਹੂੰ, ਮੈਂ ਇੱਕ ਫੌਜੀ ਹੂੰ, ਔਰ ਉਹਨਾਂ ਫੌਜੀਆਂ ਦੇ ਨਾਲ ਹੀ ਕੱਲ ਉਹ ਭੰਗੜੇ ਪਾਉਂਦੇ ਹੋਏ ਦੇਖੇ ਗਏ, ਗਾਣੇ ਗਾਉਂਦੇ ਹੋਏ ਦੇਖੇ ਗਏ। ਹੁਣ ਇਸ ਗੱਲ ਦੇ ਉੱਤੇ ਸਿਆਸੀ ਸਰਕਲ ਦੇ ਵਿੱਚ ਹੈਰਾਨੀ ਹੈਗੀ ਹੈ ਕਿ ਹੁਣ ਕੈਪਟਨ ਸਾਹਿਬ ਕਰਨਗੇ ਕੀ। ਮੈਂ ਇੱਥੋਂ ਹੀ ਲੈਣਾ, ਲੇਕਿਨ ਇੱਕ ਟਿੱਪਣੀ ਕਰਦੇ ਆ। ਦੇਖੋ ਗੱਲ ਇਦਾਂ ਹੈ ਮਿੱਤਰੋ ਸ਼ਬਦ ਤਾਂ ਮੈਨੂੰ ਲੱਗਦਾ ਦਿੱਲੀ ਵਾਲਿਆਂ ਵੱਲੋਂ ਆਉਂਦਾ, ਮੈਨੂੰ ਵਾਪਸ ਲੈ ਲੈਣਾ ਚਾਹੀਦਾ। ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾ ਫਾਰਮ ਤੇ ਡੇਲੀ ਮਹਿਫਲ ਲੱਗਦੀ ਰਹੀ। ਕਿਸੇ ਵੇਲੇ ਗਿਣਤੀ ਥੋੜੀ ਹੁੰਦੀ, ਕਿਸੇ ਵੇਲੇ ਜ਼ਿਆਦਾ ਹੁੰਦੀ, ਕਿਸੇ ਵੇਲੇ ਮਹਿਮਾਨ ਕੁਝ ਹੋਰ ਹੁੰਦੇ ਹੋਣਗੇ, ਪਰ ਏਦਾਂ ਵੀਡੀਓ ਜਾਰੀ ਨਹੀਂ ਹੋਈ ਕਦੇ। ਕੈਪਟਨ ਅਮਰਿੰਦਰ ਸਿੰਘ ਦੀ ਇਸ ਮਹਿਫਲ ਨੂੰ ਸ਼ਿੰਗਾਰ ਕੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਰੂਪ ਨੂੰ ਦਿਖਾਉਣ ਦਾ ਇੱਕ ਹੀ ਮਤਲਬ ਹੈ ਕਿ ਮੈਨੂੰ ਪਰਵਾਹ ਨਹੀਂ, ਆਈ ਡੋਂਟ ਕੇਅਰ, ਫਰਕ ਨਹੀਂ ਪੈਂਦਾ। ਇਹੀ ਸੁਨੇਹਾ ਨਾ, ਇਹੀ ਸੁਨੇਹਾ ਕਿ ਮੈਂ ਮਰ ਨਹੀਂ ਚੱਲਿਆ, ਮੁੱਖ ਮੰਤਰੀ ਸੀ, ਮੁੱਖ ਮੰਤਰੀ ਰਹੂੰਗਾ, ਸਾਬਕ ਹੋਇਆ ਤੇ ਫਿਰ ਕੀ ਹੋਇਆ, ਹੁਣ ਮੈਨੂੰ ਆਪਣੀ ਗੱਲ ਜਾਰੀ ਰੱਖੋ। ਕਿ ਸਿਆਸੀ ਹਲਕਿਆਂ 'ਚ ਇਹ ਗੱਲ ਨਹੀਂ ਜਲਾ ਕੇ ਤੱਕੀ ਜਾ ਰਹੀ ਆ ਕਿ ਕੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਕੁਝ એનર્ਜੀ ਬਚੀ ਆ, ਕੈਪਟਨ ਅਮਰਿੰਦਰ ਸਿੰਘ ਦੇ ਕੋਲ ਸਮਰਥਨ ਬਚਿਆ, ਉਹਨਾਂ ਦੇ ਕੋਲ ਸਮਰਥਕ ਬਚੇ ਆ, ਉਹ ਕਾਂਗਰਸ ਦੇ ਅੰਦਰ ਆ ਕਿ ਕਾਂਗਰਸ ਦੇ ਬਾਹਰ ਆ, ਹੁਣ ਉਹਨਾਂ ਦੀ ਮੂਵ ਕੀ ਹੋਊਗੀ? ਤੁਸੀਂ ਇਹ ਗੱਲ ਕਰ ਰਹੇ। ਬਿਲਕੁਲ ਠੀਕ ਕਹਿ ਰਹੇ ਹੋ। ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਪਹਿਲੀ ਇੰਟਰਵਿਊ ਦੇ ਵਿੱਚ
ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉੱਤੇ ਤੀਰ ਚਲਾਏ, ਔਰ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਉਹਨਾਂ ਤੀਰਾਂ ਦਾ ਜਵਾਬ ਨਹੀਂ ਦਿੱਤਾ, ਬਲਕਿ ਉਹ ਜਾਣੇ ਜਾਂਦੇ ਨੇ ਕਿ ਕੈਪਟਨ ਸਾਹਿਬ ਦੇ ਉੱਤੇ ਉਹ ਤੀਰ ਚਲਾਉਂਦੇ ਹੁੰਦੇ ਸੀ ਔਰ ਜਵਾਬ ਕੈਪਟਨ ਸਾਹਿਬ ਤੋਂ ਆਉਂਦਾ ਸੀਗਾ। ਪਰ ਐਤਕੀ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉੱਤੇ ਤੀਰ ਚਲਾਏ ਕੈਪਟਨ ਅਮਰਿੰਦਰ ਸਿੰਘ ਨੇ ਆਪ, ਪਰ ਨਵਜੋਤ ਸਿੰਘ ਸਿੱਧੂ ਨੇ ਕੋਈ ਹਜੇ ਤੱਕ ਜਵਾਬ ਨਹੀਂ ਦਿੱਤਾ। ਭਾਵੇਂ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉੱਤੇ ਸੀਰੀਅਸ ਐਲੀਗੇਸ਼ਨ ਲਾਏ ਗਏ, ਐਂਟੀ ਨੈਸ਼ਨਲ ਕਿਹਾ ਗਿਆ ਔਰ ਇੱਕ ਦੇਸ਼ ਦੇ ਵਾਸਤੇ ਖਤਰਾ ਵੀ ਕਿਹਾ ਗਿਆ, ਉਸ ਤੋਂ ਬਾਵਜੂਦ ਨਵਜੋਤ ਸਿੰਘ ਦੀ ਚੁੱਪੀ ਇਹ ਬਹੁਤ ਕੁਝ ਦਰਸਾਉਂਦੀ ਹੈ। ਇਹਦਾ ਮਤਲਬ ਹੈ ਕਿ ਚੀਕਾਂ ਸੱਤਾ ਤੋਂ ਬਾਹਰ ਰਹਿੰਦਿਆਂ ਹੀ ਵੱਜਦੀਆਂ ਨੇ, ਅੰਦਰ ਆ ਕੇ ਤੇ ਬੰਦਾ ਕਹਿੰਦਾ ਚਲੋ ਬੋਲੀ ਜਾਓ, ਇਹੀ ਗੱਲ ਨਹੀਂ। ਕਈ ਵਾਰ ਹਾਈ ਕਮਾਂਡ ਦਾ ਵੀ ਹੁਕਮ ਹੁੰਦਾ ਵੀ ਤੁਸੀਂ ਹਜੇ ਹੋਰ ਕੋਈ ਵੱਡੀ ਲੜਾਈ ਨਾ ਛੇੜੋ, ਇਹਨਾਂ ਮਸਲਿਆਂ ਦਾ ਹੱਲ। ਕਈ ਵਾਰ ਤੁਸੀਂ ਇਹ ਦੇਖਿਆ ਹੋਏਗਾ ਕਿ ਵੱਡੇ ਛੋਟੇ ਦੀ ਲੜਾਈ ਦੇ ਵਿੱਚ ਜੇ ਵੱਡਾ ਛੋਟੇ ਤੇ ਅਟੈਕ ਕਰਦਾ ਹੈ ਔਰ ਛੋਟਾ ਕੁਝ ਨਹੀਂ ਬੋਲਦਾ ਤੇ ਉਹਦੇ ਵਿੱਚ ਵੱਡੇ ਦੀ ਹੀ ਹਾਰ ਮੰਨੀ ਜਾਂਦੀ ਹੈ। ਏਦਾਂ ਹੀ ਕੁਝ ਇਸ ਸਿਆਸੀ ਵਾਰਾਂ ਦੇ ਵਿੱਚ ਵੀ ਹੋ ਰਿਹਾ ਹੈ। ਪਿਛਲੀ ਵਾਰ ਕੈਪਟਨ ਸਾਹਿਬ ਦੇ ਉੱਤੇ ਜਦ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਪਹਿਲਾ ਵਾਰ ਕੀਤਾ ਸੀਗਾ ਤੇ ਉਹ ਤਿਲ ਮਿਲਾ ਗਏ ਸੀ। ਉਹਨਾਂ ਨੇ ਜਵਾਬ ਦਿੱਤਾ ਸੀ ਸਿੱਧੂ ਵਾਸਤੇ ਮੇਰੇ ਦਰਵਾਜ਼ੇ ਹਮੇਸ਼ਾ ਵਾਸਤੇ ਬੰਦ, ਮੈਂ ਸਿੱਧੂ ਮੇਰੇ ਖਿਲਾਫ ਇਲੈਕਸ਼ਨ ਲੜਨ ਮੈਂ ਕਰ ਦੂੰਗਾ, ਇਹਦੀ ਜ਼ਮਾਨਤ ਜ਼ਬਤ ਕਰ ਦੂੰਗਾ। ਐਤਕੀ ਸਿੱਧੂ ਉਹਨਾਂ ਨੇ ਕੋਈ ਇੱਦਾਂ ਦਾ ਤਿਲ ਮਿਲਾਇਆ ਹੋਇਆ ਜਵਾਬ ਨਹੀਂ ਦਿੱਤਾ। ਇਸ ਨੂੰ ਵੀ ਅਗਰ ਤੁਸੀਂ ਰਾਜਨੀਤਿਕ ਚਸ਼ਮੇ ਦੇ ਵਿੱਚੋਂ ਦੇਖਿਆ ਜਾਏ ਤੇ ਮੇਰੇ ਖਿਆਲ ਨਾਲ ਜਵਾਬ ਨਾ ਦੇਣਾ ਉਹ ਸਿੱਧੂ ਉਹਨਾਂ ਦੀ ਸੋਚੀ ਸਮਝੀ ਇੱਕ ਰਣਨੀਤੀ ਹੋ ਸਕਦੀ ਹੈ। ਹੁਣ ਗੱਲ ਆਈਏ ਕਿ ਅੱਗੇ ਚੱਲ ਕੇ ਇਹ ਸਰਕਾਰ ਕਿੱਦਾਂ ਚੱਲੇਗੀ। ਇੱਕ ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੋਂ ਕਾਂਗਰਸ ਨੂੰ, ਖਾਸ ਕਰਕੇ ਨਵੀਂ ਸਰਕਾਰ ਨੂੰ ਖਤਰਾ ਜਿਹਾ ਮਹਿਸੂਸ ਹੁੰਦਾ ਸੀਗਾ, ਪਰ ਇਹ ਕੈਬਨਿਟ ਦੇ ਵਿੱਚ ਜਿਹੜਾ ਇਹ ਨਾ ਫਾਈਨਲਾਈਜ਼ ਕੀਤੇ ਗਏ ਨੇ ਉਹਦੇ ਵਿੱਚੋਂ ਜਿਹੜੇ ਵੱਡੇ ਬਾਗੀ ਹੋ ਸਕਦੇ ਸੀ ਉਹਨਾਂ ਨੂੰ ਕਿਸੇ ਨਾ ਕਿਸੇ ਜਗ੍ਹਾ ਕੈਬਨਿਟ ਦੇ ਵਿੱਚ ਜਗ੍ਹਾ ਵੀ ਮਿਲੀ ਹੈ ਔਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪੋਸੀਬਲ ਜਿਹੜੀ ਇੱਕ ਖੇਮਾ ਉਹਨਾਂ ਨੇ ਬਣਾਉਣਾ ਸੀਗਾ ਉਹਦੇ ਵਿੱਚ ਢਾਹ ਵੀ ਲੱਗੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਉਹਨਾਂ ਕੋਲ ਉਹ ਜਿਹੜੇ 5 ਮੰਤਰੀ ਹੈਗੇ ਆ ਜਿਨ੍ਹਾਂ ਨੂੰ ਕੱਢਿਆ ਗਿਆ ਹੈ, ਸਿਆਸੀ ਹਲਕੇ ਦੇ ਵਿੱਚ ਕਿਹਾ ਜਾਂਦਾ ਹੈ ਉਹਨਾਂ ਦੇ ਹੱਲੇ ਪੱਲੇ ਕੋਈ ਬਹੁਤਾ ਨਹੀਂ ਹੈਗਾ। ਉਹਨਾਂ ਦੇ ਪਿੱਛੇ ਕੋਈ ਬਹੁਤੀ ਇੱਦਾਂ ਦੀ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਪਿਛਲੇ ਵਕਤ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੁੰਦੀ ਸੀ ਉਹ ਨਹੀਂ ਜੁੜੀ ਹੋਈ। ਇੱਕ ਇਹਦੇ ਵਿੱਚ ਇਹ ਵੀ ਚੀਜ਼ ਸ਼ਾਮਲ ਕਰ ਦੇਣੀ ਚਾਹੀਦੀ ਆ ਕਿ ਜਿਹੜੇ ਵਜ਼ਾਰਤ ਤੋਂ ਬਾਹਰ ਰੱਖੇ ਗਏ ਆ, ਜੇਕਰ ਕੈਪਟਨ ਅਮਰਿੰਦਰ ਸਿੰਘ ਬਹੁਤੇ ਉਹਨਾਂ ਨਾਲ ਨਜ਼ਰ ਆਉਣਗੇ ਤਾਂ ਲੋਕਾਂ 'ਚ ਇਹ ਪਰਸੈਪਸ਼ਨ ਬਣੂਗੀ ਜਾਂ ਲੋਕਾਂ 'ਚ ਪ੍ਰਚਾਰ ਕੀਤਾ ਜਾਊਗਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਚਿਹਰਾ ਹੈ, ਕਿਉਂਕਿ ਇਹਨਾਂ ਸਾਰਿਆਂ ਤੇ ਦੋਸ਼ ਲੱਗੇ ਹੋਏ ਆ, ਕੋਈ ਨਾ ਕੋਈ ਦੋਸ਼ ਲੱਗੇ ਹੋਏ ਆ। ਕਾਂਗਰਸ ਹਾਈ ਕਮਾਂਡ ਨੇ ਇਹਨਾਂ ਨੂੰ ਬਾਹਰ ਰੱਖਣ ਦਾ ਬਹੁਤ ਵਧੀਆ ਤਰੀਕਾ ਚੁਣਿਆ ਕਿ ਇਹ ਵਿਵਾਦਤ ਸੀ, ਤੇ ਜੇ ਵਿਵਾਦਤ ਲੋਕਾਂ ਨਾਲ ਕੈਪਟਨ ਨਜ਼ਰ ਆਉਣਗੇ ਤਾਂ ਇਹੀ ਕਿਹਾ ਜਾਊਗਾ ਕਿ ਕੈਪਟਨ ਦੇ ਤਾਂ ਉਹੀ ਸਾਥੀ ਸੀ। ਇਹਦਾ ਮਤਲਬ ਇਹਨਾਂ ਦਾ ਕੰਮਕਾਜ ਹੀ ਇਹ ਸੀ। ਮੈਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਲਈ ਉਹਨਾਂ ਨਾਲ ਨਜ਼ਰ ਆਉਣਾ ਵੀ ਕਾਫੀ ਟਫ ਹੋ ਗਿਆ। ਜੇ ਬ੍ਰਹਮ ਮਹਿੰਦਰਾ ਨਾਲ ਚੱਲਦੇ, ਜੇ ਰਾਣਾ ਗੁਰਜੀਤ ਤੇ ਵੀ ਭਾਵੇਂ ਕਈ ਤਰ੍ਹਾਂ ਦੇ ਇਲਜ਼ਾਮ ਸੀ ਉਹ ਵੀ ਨਾਲ ਚੱਲਦੇ ਤਾਂ ਇੱਕ ਹੈਵੀ ਵੇਟ ਸੀ, ਇੱਕ ਲੌਬਿੰਗ ਹੋ ਸਕਦੀ ਸੀ। ਮੈਨੂੰ ਲੱਗਦਾ ਕਿ ਸਰਮਾਏਦਾਰ ਲੋਕ ਵੀ ਇੱਕ ਤਰ੍ਹਾਂ ਨਾਲ ਨਜ਼ਰ ਆਉਣੇ ਸੀਗੇ। ਇਹ ਗੱਲ ਤੁਹਾਡੀ ਬਹੁਤ ਦਿਲਚਸਪ ਹੈ ਕਿ ਸੱਚਮੁੱਚ ਉਹਨਾਂ ਨੇ ਜਿਹੜੇ ਬੰਦੇ ਬਹੁਤੇ ਭੱਜਣ ਨੱਠਣ ਜੋਗੇ ਨਹੀਂ, ਜੇ ਜਾਂ ਭੱਜਣ ਨੱਠਣਗੇ ਤਾਂ ਬੁਰੇ ਤਰੀਕੇ ਨਾਲ ਪੇਸ਼ ਕੀਤੇ ਜਾਣਗੇ, ਉਹੀ ਛੱਡਤੇ ਨੇ। ਜੀ ਬਿਲਕੁਲ, ਇਹ ਕੁਨਬਾ ਕੈਪਟਨ ਅਮਰਿੰਦਰ ਸਿੰਘ ਵਾਸਤੇ ਹੁਣ ਬਣਾਉਣਾ ਬੜਾ ਮੁਸ਼ਕਿਲ ਹੋਏਗਾ, ਜਿਹਨੂੰ ਆਪਾਂ ਕਹਿੰਦੇ ਵੀ ਕੈਪਟਨ ਸਾਹਿਬ ਦਾ ਖੇਮਾ। ਉਸ ਖੇਮੇ ਦੇ ਵਿੱਚ ਬਹੁਤ ਘੱਟ ਪੋਸੀਬਿਲਿਟੀ ਛੱਡੀ ਹੈ। ਜਦ ਹਾਈਕਮਾਨ ਕੈਬਨਿਟ ਐਕਸਪੈਂਸ਼ਨ ਦੇ ਮੁੱਦੇ ਤੇ ਇੰਨੀ ਦੇਰ ਕਰ ਰਹੀ ਸੀ ਤੇ ਅਸੀਂ ਤੁਸੀਂ ਵੀ ਕਹਿੰਦੇ ਸੀ ਵੀ ਹਾਈਕਮਾਨ ਵੀਕ ਲੱਗਦੀ ਹੈ, ਪਰ ਜੋ 17 ਸਤੰਬਰ ਨੂੰ ਹਾਈਕਮਾਨ ਨੇ ਫੈਸਲਾ ਲਿੱਤਾ ਸੀਗਾ ਉਹਦੇ ਵਿੱਚ ਹਾਈਕਮਾਨ ਅਚਾਨਕ ਹੀ ਸਟਰੋਂਗ ਨਜ਼ਰ ਆਉਣੀ ਸ਼ੁਰੂ ਹੋ ਗਈ ਸੀ। ਹੁਣ ਸਮਝ ਆਉਂਦੀ ਹੈ ਕਿ ਕੈਬਨਿਟ ਐਕਸਪੈਂਸ਼ਨ ਦੇ ਵਿੱਚ ਜਾਂ ਨਵੇਂ ਮੰਤਰੀਆਂ ਦੇ ਨਾਂ ਫਾਈਨਲਾਈਜ਼ ਕਰਨ ਦੇ ਵਿੱਚ ਦੇਰ ਕਿਉਂ ਤੇ ਕਿੱਥੇ ਹੋਈ। ਉਸ ਦੇਰ ਦਾ ਮਤਲਬ ਇਹੀ ਸੀਗਾ ਕਿ ਕਿਸੇ ਨਾ ਕਿਸੇ ਜਗ੍ਹਾ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਨਵਾਂ ਖੇਮਾ ਬਣਾਉਣ ਤੋਂ ਰੋਕਿਆ ਜਾ ਸਕੇ। ਗੱਲ ਤੇ ਇੱਥੇ ਤੱਕ ਵੀ ਤੁਰ ਗਈ ਸੀ, ਜੇ ਕੈਪਟਨ ਸਾਹਿਬ ਆਪਣੇ ਵਿਰੋਧੀ ਸੁਰ ਬਣਾਏ ਰੱਖਦੇ ਨੇ ਤੇ ਸ਼ਾਇਦ ਉਹਨਾਂ ਨੂੰ ਪਾਰਟੀ ਤੋਂ ਕੱਢਿਆ ਵੀ ਜਾ ਸਕਦਾ ਹੈ। ਔਰ ਇਹ ਮੈਸੇਜ ਬੜਾ ਲਾਊਡ ਐਂਡ ਕਲੀਅਰ ਉਹ ਕੈਪਟਨ ਸਾਹਿਬ ਦੇ ਖੇਮੇ ਦੇ ਵਿੱਚ ਜਾਣ ਵਾਲੇ, ਮੈਂ ਇਹ ਸ਼ਬਦ ਯੂਜ਼ ਕਰ ਰਿਹਾ, ਜਾਣ ਵਾਲੇ ਮੰਤਰੀਆਂ ਨੂੰ, ਕਾਂਗਰਸੀਆਂ ਨੂੰ ਵੀ ਦੱਸ ਦਿੱਤਾ ਗਿਆ ਸੀਗਾ। ਇਸ ਕਰਕੇ ਜਿਹੜੇ 5 ਮੰਤਰੀ ਭਾਵੇਂ ਕੱਲ ਡ੍ਰੌਪ ਹੋਏ ਨੇ ਉਹਨਾਂ ਵਿੱਚੋਂ ਇੱਕ ਵੀ ਹਜੇ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀਆਂ ਦੇ ਵਿੱਚ ਸ਼ਾਮਿਲ ਨਹੀਂ ਹੋਇਆ। ਉਹੀ ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਆਪਣੇ ਘਰ ਪਾਰਟੀ ਕਰਕੇ 52 ਤੋਂ 60 ਐਮਐਲਏ ਹੋਣ ਦਾ ਦਾਅਵਾ ਕਰਦੇ ਸੀ, ਅੱਜ ਉਹਨਾਂ ਦੇ ਘਰ 2-3 ਐਮਐਲਏ ਵੀ ਆਣੇ ਔਖੇ ਹੋ ਗਏ ਨੇ। ਤੇ ਇਹ ਹਾਲਾਤ ਚੇਂਜ ਹੁੰਦੇ ਹੋਏ ਪਤਾ ਨਹੀਂ ਲੱਗਦਾ। ਅੱਜ ਨਵੀਂ ਕੈਬਨਿਟ ਸਹੁੰ ਚੱਕਣ ਵਾਲੀ ਹੈ, ਉਸ ਕੈਬਨਿਟ ਦੇ ਸਹੁੰ ਚੱਕਣ ਬਾਅਦ ਅਗਰ ਕੰਮ ਵਧੀਆ ਤਰੀਕੇ ਨਾਲ ਹੁੰਦੇ ਨੇ ਤੇ ਫਿਰ ਸਰਕਾਰ ਦਾ ਨੈਰੇਟਿਵ ਵੀ ਦੂਜੇ ਪਾਸੇ ਸੈੱਟ ਹੋ ਜਾਏਗਾ। ਭਾਸਕਰ ਸਾਹਿਬ, ਆਖਰੀ ਸਵਾਲ
ਸਵਾਲ ਇਹ ਹੈ ਕਿ ਸਹੁੰ ਤਾਂ ਚੱਕ ਲਈ ਜਾਊਗੀ, ਗਵਰਨਰ ਸਾਹਿਬ ਕਾਫੀ ਸਖਤ ਸੁਭਾਅ ਦੇ ਮੰਨੇ ਜਾਂਦੇ ਆ, ਔਰ ਇਨ ਟਾਈਮ ਚੱਕੀ ਜਾਊਗੀ। ਸੁਣਿਆ ਮੰਤਰੀਆਂ ਨੂੰ ਕਿਹਾ 5-5 ਤੁਸੀਂ ਲੈ ਆਓ, ਜਿਹੜੇ ਡਿਪਟੀ ਸੀਐਮ ਤੇ ਮੁੱਖ ਮੰਤਰੀ ਉਹਨਾਂ ਨੂੰ ਕਿਹਾ 10-10 ਮਹਿਮਾਨ ਤੁਸੀਂ ਲੈ ਆਓ। ਇੰਨੇ ਦੇ ਪਰਿਵਾਰਾਂ 'ਚ ਹੁੰਦੇ ਆ, ਮਸਾਂ ਰਿਸ਼ਤੇਦਾਰ ਪਰਿਵਾਰ ਹੀ ਆ ਸਕਦੇ ਆ, ਤੇ ਬਹੁਤਿਆਂ ਨੂੰ ਥਾਂ ਨਹੀਂ ਮਿਲਦੀ ਹੁੰਦੀ, ਕਈ ਵਾਰੀ ਤਾਂ ਐਮਐਲਏ ਵੀ ਆਉਣੋਂ ਰਹਿ ਜਾਂਦੇ ਹੁੰਦੇ ਆ। ਸੋ ਸਹੁੰ ਤਾਂ ਚੱਕੀ ਜਾਊਗੀ, ਲੇਕਿਨ ਇਸ ਤੋਂ ਬਾਅਦ ਕਿਹਨੂੰ ਕਿਹੜਾ ਮੰਤਰਾਲਾ ਦਿੱਤਾ ਜਾਊਗਾ? ਕੀ ਜਿਹੜੀ ਪੁਰਾਣੀ ਵਜ਼ਾਰਤ ਵਿੱਚ ਮੰਤਰਾਲੇ ਵੱਖ-ਵੱਖ ਮੰਤਰੀਆਂ ਕੋਲ ਸੀ, ਉਹਨਾਂ ਨੂੰ ਦੁਬਾਰਾ ਉਹੀ ਦਿੱਤੇ ਜਾ ਸਕਦੇ ਆ? ਇਹਦੇ ਤੇ ਵੀ ਪੇਚ ਆ, ਕਹਿੰਦੇ ਨਹੀਂ ਇਸ ਵਾਰੀ ਮੰਤਰਾਲੇ ਬਦਲੋ ਤਾਂ ਕਿ ਜਿਹੜਾ ਜਮੂਦ ਆ ਉਹ ਤੋੜਿਆ ਜਾ ਸਕੇ। ਜਿਹੜੀ ਇੱਕ ਨੈਕਸਸ ਅਫਸਰਸ਼ਾਹੀ ਔਰ ਸਿਆਸਤਦਾਨਾਂ ਦਾ ਬਣ ਚੁੱਕਿਆ, ਇਹਨਾਂ 3 ਮਹੀਨਿਆਂ ਚੋਂ ਨਜ਼ਰ ਨਾ ਆਵੇ। ਸੋ ਇਹ ਇੱਕ ਜਿਹੜੀ ਕਵਾਇਦ ਵਧਾਈ ਜਾ ਸਕਦੀ ਹੈ, ਲੇਕਿਨ ਫਿਰ ਵੀ ਮੈਨੂੰ ਦੱਸਿਓ ਕਿ ਸੰਭਾਵਨਾ ਹੈਗੀ ਆ ਕਿ ਪੁਰਾਣੇ ਮੰਤਰੀਆਂ ਨੂੰ ਉਹੋ ਹੀ ਮੰਤਰਾਲੇ ਦਿੱਤੇ ਜਾਣ, ਜਾਂ ਜੇ ਕੋਈ ਮੰਗੇ ਕਿ ਮੈਨੂੰ ਆਹ ਦਿਓ ਤੇ ਉਹਦੀ ਚੱਲ ਜੂਗੀ, ਜਾਂ ਇਹ ਟੋਟਲ ਰਾਹੁਲ ਗਾਂਧੀ ਔਰ ਚਰਨਜੀਤ ਸਿੰਘ ਚੰਨੀ ਦੇ ਦਰਮਿਆਨ ਦਾ ਮਾਮਲਾ ਤੇ ਇਹਦੇ ਵਿੱਚ ਹਾਈ ਕਮਾਂਡ ਫੈਸਲਾ ਕਰੂਗੀ ਕਿ ਕਿਹਨੂੰ ਕੀ ਦੇਣਾ? ਯੋਗਤਾ ਦੇ ਧਿਆਨ 'ਚ ਰੱਖੀ ਜਾ ਸਕਦੀ ਹੈ, ਕਿਸੇ ਦੇ ਇੰਟਰਸਟ ਧਿਆਨ 'ਚ ਰੱਖੇ ਜਾ ਸਕਦੇ ਕਿ ਉਹ ਕਿਸ ਖੇਤਰ ਦੇ ਵਿੱਚ ਚੰਗਾ ਹੈ? ਦੱਸਿਓ ਜ਼ਰਾ ਇਹਦੇ 'ਚ ਕੀ ਹੋਣ ਵਾਲਾ। ਇਹ ਆਖਰੀ ਸਵਾਲ ਹੈ। ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ ਦੇਖੋ ਹੋਮ ਪੋਰਟਫੋਲੀਓ। ਹੋਮ ਪੋਰਟਫੋਲੀਓ ਕਿਹਨੂੰ ਮਿਲਦਾ? ਪਿਛਲੀ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪ ਦੇ ਕੋਲ ਹੈ ਪੋਰਟਫੋਲੀਓ ਸੀਗਾ। ਨਵਜੋਤ ਸਿੰਘ ਸਿੱਧੂ ਕਈ ਵਾਰ ਇਹ ਕਹਿੰਦੇ ਹੋਏ ਦੇਖੇ ਗਏ ਨੇ ਕਿ ਜੇ ਮੈਨੂੰ ਹੋਮ ਪੋਰਟਫੋਲੀਓ ਮਿਲ ਜਾਏ ਤਾਂ ਮੈਂ 2 ਦਿਨਾਂ ਦੇ ਵਿੱਚ ਭਾਵੇਂ ਬਾਦਲਾਂ ਨੂੰ, ਭਾਵੇਂ ਮਜੀਠੀਆ ਨੂੰ ਜਾਂ ਹੋਰ ਅਕਾਲੀਆਂ ਦੇ ਖਿਲਾਫ ਐਕਸ਼ਨ ਲੈਣ ਦੀ ਗੱਲ ਹੋਏ ਤੇ ਮੈਂ ਸਾਰੇ ਸਿੱਧੇ ਕਰ ਦੂੰਗਾ। ਚਲੋ ਹੁਣ ਨਵਜੋਤ ਸਿੰਘ ਸਿੱਧੂ ਉਹਨਾਂ ਤੇ ਇਸ ਮੰਤਰਾਲਿਆਂ ਦੇ ਵਿੱਚ ਨਹੀਂ ਆਏ, ਪਰ ਉਹ ਚਾਹਣਗੇ ਕਿ ਹੋਮ ਪੋਰਟਫੋਲੀਓ ਉਹਨਾਂ ਦੇ ਖਸਮ ਖਾਸ ਕਿਸੇ ਬੰਦੇ ਨੂੰ ਮਿਲੇ। ਔਰ ਖਸਮ ਖਾਸ ਦੀ ਗੱਲ ਹੁੰਦੀ ਹੈ ਤੇ ਉਹ ਪ੍ਰਗਟ ਸਿੰਘ ਹੈਗੇ ਹੈ। ਪ੍ਰਗਟ ਸਿੰਘ ਕਿਉਂਕਿ ਬਹੁਤ ਜੂਨੀਅਰ ਇਸ ਟਾਈਮ ਪਹਿਲੀ ਵਾਰ ਮੰਤਰੀ ਬਣਨ ਜਾ ਰਹੇ ਨੇ, ਹਾਲਾਤ ਲੱਗਦੇ ਤੇ ਨਹੀਂ ਕਿ ਉਹਨਾਂ ਨੂੰ ਹੋਮ ਪੋਰਟਫੋਲੀਓ ਮਿਲੇਗਾ। ਹੋਮ ਪੋਰਟਫੋਲੀਓ ਮਿਲਣ ਦੀ ਉਮੀਦ ਸੁਖਜਿੰਦਰ ਰੰਧਾਵਾ ਉਹਨਾਂ ਨਾਲ ਹੈਗੀ ਹੈ, ਔਰ ਸੁਖਜਿੰਦਰ ਰੰਧਾਵਾ ਉਹਨਾਂ ਜੇ ਹੋਮ ਪੋਰਟਫੋਲੀਓ ਲੈਂਦੇ ਨੇ ਤੇ ਉਹਨਾਂ ਦੇ ਵੀ ਸੁਰ ਹਮੇਸ਼ਾ ਖਾਸ ਕਰਕੇ ਮਾਝੇ ਦੇ ਏਰੀਏ ਦੇ ਅਕਾਲੀ ਲੀਡਰ ਦੇ ਖਿਲਾਫ ਰਹੇ ਨੇ, ਔਰ ਉਸ ਮੁੱਦੇ ਤੇ ਉਹ ਪਹਿਲਾ ਕੰਮ ਬੜੀ ਛੇਤੀ ਕਰ ਸਕਦੇ ਨੇ। ਹੁਣ ਗੱਲ ਰਹੀ ਪਾਵਰ ਪੋਰਟਫੋਲੀਓ ਦੀ। ਪਾਵਰ ਪੋਰਟਫੋਲੀਓ ਕਦੀ ਰਾਣਾ ਗੁਰਜੀਤ ਸਿੰਘ ਉਹਨਾਂ ਕੋਲ ਹੁੰਦਾ ਸੀਗਾ। ਇੱਕ ਚੀਜ਼ ਮੈਂ ਹੋਮ ਦੇ ਮਾਮਲੇ 'ਚ ਐਡ ਕਰਦਿਆਂ, ਇੱਕ ਇਹ ਵੀ ਧਾਰਨਾ ਅੱਗੇ ਵੱਧ ਰਹੀ ਹੈ ਕਿ ਜੇਕਰ ਪ੍ਰਸ਼ਾਸਨ ਪੁਲਿਸ ਦਾ ਹੋਵੇ ਜਾਂ ਦੂਜਾ, ਜੇਕਰ ਉਹ ਮੁੱਖ ਮੰਤਰੀ ਕੋਲ ਨਹੀਂ ਤਾਂ ਮੁੱਖ ਮੰਤਰੀ ਡੰਮੀ ਲੱਗਣਗੇ। ਇਹ ਕਾਂਗਰਸ ਦੇ ਅੰਦਰੋਂ ਪਰਸੈਪਸ਼ਨ ਚੱਲੀ ਹੈ, ਇਹ ਰੌਲਾ ਅੰਦਰ ਪਿਆ। ਕਈ ਲੋਕ ਇਹ ਕਹਿ ਰਹੇ ਆ ਕਿ ਮੁੱਖ ਮੰਤਰੀ ਨੂੰ ਕਮਜ਼ੋਰ ਨਾ ਰੱਖੋ। ਸੁਖਜਿੰਦਰ ਸਿੰਘ ਰੰਧਾਵਾ ਵੀ ਬੜੇ ਪਾਵਰਫੁਲ ਆ, ਉਹਨਾਂ ਨਾਲ ਬਹੁਤ ਸਾਰੇ ਐਮਐਲਏ ਆ, ਪਰ ਮੈਨੂੰ ਲੱਗਦਾ ਕਿ ਪੇਚ ਇਹਦੇ 'ਚ ਵੀ ਕਾਫੀ ਵੱਡਾ ਹੈ, ਕਿਉਂਕਿ ਅੱਜ ਤੱਕ ਦੀ ਜਿਹੜੀ ਰਵਾਇਤ ਆ ਉਹ ਮੁੱਖ ਮੰਤਰੀ ਕੋਲ ਗ੍ਰਹਿ ਮੰਤਰਾਲਾ ਰਹਿੰਦਾ ਰਿਹਾ, ਔਰ ਖਾਸ ਤੌਰ ਤੇ ਉਦੋਂ ਟੁੱਟੀ ਸੀ ਜਦੋਂ ਬਾਦਲ ਸਾਹਿਬ ਨੇ ਸੁਖਬੀਰ ਨੂੰ ਬਣਾਇਆ ਸੀਗਾ। ਔਰ ਇਹ ਵੀ ਕਿਹਾ ਗਿਆ ਕਿ ਬਾਦਲ ਕੋ ਹੋਵੇ ਵੱਡੇ ਕੋਲ ਜਾਂ ਛੋਟੇ ਕੋਲ, ਫਰਕ ਕੀ ਪੈਂਦਾ, ਘਰ ਦੀ ਘਰ 'ਚ ਆ। ਲੇਕਿਨ ਪਹਿਲੀ ਵਾਰੀ ਜੇ ਮੰਤਰਾਲਾ ਕਿਸੇ ਮੁੱਖ ਮੰਤਰੀ ਨੂੰ ਛੱਡ ਕੇ ਹੋਰ ਕੋਲ ਹੋਊਗਾ ਤਾਂ ਇਹ ਵੀ ਅਗਲੇ ਦਿਨਾਂ ਦੇ ਵਿੱਚ ਦੇਖਣਾ ਹੋਊਗਾ ਕਿ ਸਰਕਾਰ ਕਿਵੇਂ ਮੂਵ ਕਰਦੀ ਹੈ, ਔਰ ਪਾਵਰਫੁਲ ਕੌਣ ਹੈ। ਮੁੱਖ ਮੰਤਰੀ ਹੋ ਕੇ ਵੀ ਮੁੱਖ ਮੰਤਰੀ ਪਾਵਰਫੁਲ ਨਾ ਹੋਵੇ, ਡਿਪਟੀ ਮੁੱਖ ਮੰਤਰੀ ਜ਼ਿਆਦਾ ਪਾਵਰਫੁਲ ਹੋਣ, ਉਹਨਾਂ ਦੀ ਔਰ ਸਿੱਧੂ ਦੀ ਇਕੁਏਸ਼ਨ ਨੂੰ ਲੈ ਕੇ। ਔਰ ਆਪਸ ਵਿੱਚ ਜਿਹੜੀਆਂ ਤ੍ਰੇੜਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਮੁੱਖ ਮੰਤਰੀ ਬਣਨ ਦੀ ਰੇਸ ਸੀ, ਉਹਦੇ ਵਿੱਚ ਜਿਹੜੀਆਂ ਆਪਸ ਵਿੱਚ ਤ੍ਰੇੜਾਂ ਪਈਆਂ ਸੀ ਉਹ ਵੀ ਸਾਹਮਣੇ ਆਉਣਗੀਆਂ। ਲੇਕਿਨ ਕਾਂਗਰਸ ਨੂੰ, ਹਾਈ ਕਮਾਂਡ ਨੂੰ ਦਿਖਾਉਣਾ ਤਾਂ ਇਹ ਹੈ ਕਿ ਅਸੀਂ 2 ਮਹੀਨੇ ਦੇ ਵਿੱਚ ਬਦਲਾਅ ਕਰਕੇ ਪੰਜਾਬ ਨੂੰ ਐਵੇਂ ਬਦਲਿਆ, ਇੱਕ ਸਾਫ਼ ਚਿਹਰਾ ਲੈ ਕੇ ਜਾਣਾ। ਜੇਕਰ ਲੜਾਈ ਵਾਲਾ ਚਿਹਰਾ ਅੱਗੇ ਵੱਧਦਾ ਰਹੂਗਾ ਤੇ ਕਾਂਗਰਸ ਲਈ ਬਹੁਤ ਮੁਸ਼ਕਲ ਹੋਊਗਾ ਕਿ ਉਹ ਮੇਰਾ ਖਿਆਲ 35-40 ਦੇ ਅੰਕੜੇ ਤੋਂ ਅੱਗੇ ਵੱਧ ਸਕੇ, ਜਾਂ ਕਿਤੇ 20-25 ਤੱਕ ਸਿਮਟ ਨਾ ਜਾਵੇ। ਇਹ ਵੀ ਵੱਡੇ ਮਸਲੇ ਆ, ਲੇਕਿਨ ਜੇਕਰ ਕਾਂਗਰਸ ਕੁਝ ਕਰਕੇ ਦਿਖਾਉਂਦੀ ਆ ਤਾਂ ਉਹ ਸਰਕਾਰ ਬਣਾਉਣ ਦੀ ਸਥਿਤੀ 'ਚ ਹੋ ਸਕਦੀ ਆ। ਇਹ ਸਿਆਸੀ ਪੰਡਤ ਮੰਨਦੇ। ਹੁਣ ਤੁਸੀਂ ਗੱਲ ਕਰ ਰਹੇ ਸੀ ਪਾਵਰ ਦੀ। ਪਾਵਰ ਮਿਨਿਸਟਰੀ ਪਹਿਲੇ ਰਾਣਾ ਗੁਰਜੀਤ ਸਿੰਘ ਉਹਨਾਂ ਕੋਲ ਹੁੰਦੀ ਸੀ ਜੀ, ਪਰ ਪਾਵਰ ਪਰਚੇਜ਼ ਐਗਰੀਮੈਂਟ ਦੇ ਉੱਤੇ ਉਹ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹੁਣ ਆਪਾਂ ਸਾਬਕਾ ਮੁੱਖ ਮੰਤਰੀ ਕਵਾਂਗੇ, ਕੁਝ ਕਰਦੇ। ਉਸ ਤੋਂ ਪਹਿਲੇ ਹੀ ਮਾਈਨਿੰਗ ਦੇ ਮੁੱਦੇ ਦੇ ਉੱਤੇ ਰਾਣਾ ਗੁਰਜੀਤ ਸਿੰਘ ਉਹਨਾਂ ਨੂੰ ਆਪਣੀ ਮੰਤਰੀ ਪਦ ਛੱਡਣਾ ਪਿਆ ਸੀ, ਆਪਣਾ ਮੰਤਰੀ ਪਦ। ਉਸ ਤੋਂ ਬਾਅਦ ਹੁਣ ਦੁਬਾਰਾ ਮੰਤਰਾਲਿਆਂ ਦੇ ਵਿੱਚ ਆ ਰਹੇ ਨੇ। ਕੀ ਉਹਨਾਂ ਨੂੰ ਉਹੀ ਪਾਵਰ ਮਿਨਿਸਟਰੀ ਜਾਂ ਇਰੀਗੇਸ਼ਨ ਮਿਲਦਾ ਹੈ? ਇਹਦੇ ਉੱਤੇ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ, ਕਿਉਂਕਿ ਪਾਵਰ ਮਿਨਿਸਟਰ ਉਸ ਵਿਅਕਤੀ ਨੂੰ ਮਿਲੇਗਾ ਜਿਹੜਾ ਇਸ PPA ਐਗਰੀਮੈਂਟ ਦੇ ਮੁੱਦੇ ਨੂੰ ਸਹੀ ਤਰੀਕੇ ਨਾਲ ਸਮਝਦਾ ਹੋਏ ਔਰ ਇਸ ਮੁੱਦੇ ਦੇ ਉੱਤੇ ਐਕਸ਼ਨ ਲੈਣ ਵਾਸਤੇ ਤਿਆਰ ਹੋਏ। ਹੋ ਸਕਦਾ ਇਹ ਪ੍ਰਗਟ ਸਿੰਘ, ਇਹ ਹੋ ਸਕਦਾ ਦੁਆਬੇ 'ਚ ਜਾਵੇ ਤੇ ਪ੍ਰਗਟ ਸਿੰਘ ਕੋਲ ਜਾਵੇ। ਇਹ ਹੋ ਸਕਦਾ ਹੈ ਕਿ ਪਾਵਰ ਤੇ ਇਰੀਗੇਸ਼ਨ ਹੋ ਸਕਦਾ ਉਹਨਾਂ ਕੋਲ ਜਾਵੇ। ਜੀ, ਕਿਉਂਕਿ ਪ੍ਰਗਟ ਸਿੰਘ ਉਹਨਾਂ ਪਾਵਰ ਪਰਚੇਜ਼ ਐਗਰੀਮੈਂਟ ਦੇ ਉੱਤੇ ਕੰਮ ਕਰ ਰਹੇ ਨੇ,
ਜੀ ਔਰ ਉਹਨਾਂ ਨੇ ਇੱਕ ਵਾਈਟ ਪੇਪਰ ਆਪਣੇ ਪੱਧਰ ਤੇ ਤਿਆਰ ਵੀ ਕਰਾਇਆ ਹੈ ਕਿ ਅਗਰ ਉਹ ਪੀਪੀਏ ਐਗਰੀਮੈਂਟ ਫਾਲਟੀ ਸੀਗੇ ਤੇ ਉਹ ਕਿਉਂ ਫਾਲਟੀ ਸੀਗੇ। ਇਹ ਪ੍ਰਗਟ ਸਿੰਘ ਦੀ ਤਿਆਰੀ ਪੁਰਜੋਰ ਤਰੀਕੇ ਨਾਲ ਮੈਂ ਆਪ ਦੇਖੀ ਹੈ, ਕਿਉਂਕਿ ਪ੍ਰਗਟ ਸਿੰਘ ਕੋਲ ਅਗਰ ਪੀਪੀਏ ਐਗਰੀਮੈਂਟ ਤੋਂ ਰਿਲੇਟਡ ਪਾਵਰ ਮਿਨਿਸਟਰੀ ਆਂਦੀ ਹੈ ਤਾਂ ਉਹ ਇਹਦੇ ਉੱਤੇ ਐਕਸ਼ਨ ਲੈਣ ਦੇ ਮੂਡ ਵਿੱਚ ਵੀ ਨਹੀਂ ਹੋਣਗੇ, ਬਲਕਿ ਉਹ ਐਕਸ਼ਨ ਲੈ ਸਕਦੇ ਨੇ। ਇਸ ਕਰਕੇ ਪਾਵਰ ਮਿਨਿਸਟਰੀ ਵਾਸਤੇ ਮੈਨੂੰ ਇਹ ਲੱਗਦਾ ਹੈ ਕਿ ਪ੍ਰਗਟ ਸਿੰਘ ਹੋਣਾ ਬੜੇ ਫਿੱਟ ਇੱਕ ਮੰਤਰੀ ਸਾਬਿਤ ਹੋ ਸਕਦੇ ਨੇ। ਦੂਜੇ ਪਾਸੇ ਖੇਡ ਮੰਤਰਾਲਿਆ ਵੀ ਪ੍ਰਗਟ ਸਿੰਘ ਨੂੰ ਮਿਲ ਸਕਦਾ ਹੈਗਾ। ਜੀ ਤੀਜਾ ਮੰਤਰਾਲਿਆ ਫੂਡ ਐਂਡ ਸਿਵਲ ਸਪਲਾਈ, ਜਿਹਨੂੰ ਆਪਾਂ ਮਲਾਈ ਵਾਲਾ ਮਹਿਕਮਾ ਕਹਿੰਦੇ ਆ, ਉਹ ਆਸ਼ੂ ਉਹਨਾਂ ਕੋਲ ਸੀਗਾ, ਪਰ ਉਹਨਾਂ ਦੇ ਫੂਡ ਐਂਡ ਸਿਵਲ ਸਪਲਾਈ ਮੰਤਰਾਲਿਆ ਹੁੰਦੇ ਹੋਏ ਉਹਨਾਂ ਕੋਲ ਤੁਸੀਂ ਇਹ ਦੇਖਿਆ ਹੋਏਗਾ ਕਿ ਤੁਹਾਡੇ ਤਰਨਤਾਰਨ ਵਾਲੀ ਸਾਈਡ ਜਾਂ ਅੰਮ੍ਰਿਤਸਰ ਵਾਲੀ ਸਾਈਡ ਜਿਹੜਾ ਘੁਟਾਲਾ ਹੋਇਆ, ਉਹ ਮੰਤਰੀ ਦੇ ਬਿਨਾਂ ਪੁੱਛੇ, ਮੰਤਰੀ ਦੇ ਬਿਨਾਂ ਕਿਸੇ ਨਿਰੀਖਣ ਤੋਂ ਇੰਨਾ ਵੱਡਾ ਘੁਟਾਲਾ ਹੋ ਜਾਂਦਾ ਹੈ ਤੇ ਨੈਤਿਕ ਜ਼ਿੰਮੇਵਾਰੀ ਮੰਤਰੀ ਦੀ ਹੁੰਦੀ ਹੈ। ਤੇ ਐਤਕੀ ਔਖਾ ਲੱਗਦਾ ਹੈ ਕਿ ਉਹਨਾਂ ਨੂੰ ਫੂਡ ਐਂਡ ਸਿਵਲ ਸਪਲਾਈ ਦਾ ਮੰਤਰਾਲਿਆ ਮਿਲੇ। ਰੈਵਨਿਊ ਮਿਨਿਸਟਰ ਵੀ ਇੱਕ ਬੜਾ ਵੱਡਾ ਪੋਰਟਫੋਲੀਓ ਹੁੰਦਾ ਹੈ, ਜਿਹਦੇ ਵਾਸਤੇ ਤ੍ਰਿਪਤ ਰਾਜਿੰਦਰ ਬਾਜਵਾ ਉਹਨਾਂ ਵੀ ਪੂਰੀ ਅੱਖ ਨਜ਼ਰ ਰੱਖੇ ਹੋਏ ਨੇ। ਤੇ ਇਸ ਤਰ੍ਹਾਂ ਮਲਾਈਦਾਰ ਮਹਿਕਮੇ, ਜਿਹਨੂੰ ਕਹੀਏ ਕਿ ਕੰਮ ਕਰਨ ਵਾਲੇ ਮਹਿਕਮੇ, ਉਹਨਾਂ ਦੇ ਉੱਤੇ ਕਿਹਨੂੰ ਕੀ ਰਿਸਪੌਂਸਿਬਿਲਿਟੀ ਮਿਲਦੀ ਹੈ, ਇਹ ਵੀ ਕਾਂਗਰਸ ਹਾਈ ਕਮਾਨ ਦੇ ਸਾਹਮਣੇ ਇੱਕ ਵੱਡਾ ਟਾਸਕ ਹੈਗਾ। ਔਰ ਉਸ ਟਾਸਕ ਵਾਸਤੇ ਵੀ ਕਿਤੇ ਗੇੜੇ ਚੰਨੀ ਉਹਨਾਂ ਨੂੰ ਬਾਰ-ਬਾਰ ਦਿੱਲੀ ਨਾ ਲਾਣੇ ਪੈ ਜਾਣ, ਕਿਉਂਕਿ ਜਦ ਕੈਬਨਿਟ ਵਿਸਤਾਰ ਦੇ ਬਾਰੇ ਫੈਸਲਾ ਹੋਣਾ ਸੀਗਾ ਤੇ 4 ਦਿਨਾਂ ਦੇ ਵਿੱਚ 3 ਵਾਰ ਮੁੱਖ ਮੰਤਰੀ ਚੰਨੀ ਨੂੰ ਦਿੱਲੀ ਜਾਣਾ ਪਿਆ ਸੀ। ਇੱਕ ਵਾਰ ਤੇ ਸਵੇਰੇ 4 ਵਜੇ ਆਏ, ਸ਼ਾਮੀ 4 ਵਜੇ ਫਿਰ ਚਲੇ ਗਏ, ਫਿਰ ਰਾਤੀ 2 ਵਜੇ ਤੱਕ ਮੀਟਿੰਗ ਚੱਲੀ, ਫਿਰ ਸਵੇਰੇ 4 ਵਜੇ ਚੰਡੀਗੜ੍ਹ ਵੱਲ ਰੁਕ ਕੀਤਾ। ਮੈਨੂੰ ਲੱਗਦਾ ਨਹੀਂ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਸਰਦਾਰ ਚੰਨੀ ਉਹਨਾਂ ਦੀ ਕੋਈ ਨਿੰਦਰ ਵੀ ਪੂਰੀ ਹੋਈ ਹੋਏਗੀ, ਕਿਉਂਕਿ ਨਿੰਦਰ ਪੂਰੀ ਹੋਣ ਤੋਂ ਬਾਅਦ ਉਹਨਾਂ ਦੇ ਦਿੱਲੀ ਦੇ ਸੱਦੇ, ਦਿੱਲੀ ਜਾਣਾ, ਦਿੱਲੀ ਤੋਂ ਆਣਾ, ਦੇਖੋ ਭਾਵੇਂ ਤੁਸੀਂ ਹੈਲੀਕਾਪਟਰ ਤੇ ਰਾਹੀਂ ਹੀ ਜਾ ਰਹੇ ਹੋ, ਜੀ ਜੀ ਪਰ ਇਸ ਤਰ੍ਹਾਂ ਦੇ ਬ੍ਰੇਨ ਸਟੋਰਮਿੰਗ ਸੈਸ਼ਨਸ ਦੇ ਵਿੱਚ ਤੁਹਾਡਾ ਦਿਮਾਗੀ ਤੌਰ ਤੇ ਤੁਹਾਨੂੰ ਇੱਕ ਥਕਾਵਟ ਹੁੰਦੀ ਹੈ। ਉਸ ਥਕਾਵਟ ਨੂੰ ਲਾਉਣ ਦਾ ਟਾਈਮ ਹਜੇ ਮੁੱਖ ਮੰਤਰੀ ਚੰਨੀ ਉਹਨਾਂ ਨੂੰ ਨਹੀਂ ਮਿਲਿਆ, ਪਰ ਚਲੋ ਭੰਗੜੇ ਭੁੰਗੜੇ ਪਾ ਕੇ ਮਾੜੀ ਮੋਟੀ ਜਿਹੀ ਥਕਾਵਟ ਉਹਨਾਂ ਨੇ ਜ਼ਰੂਰ ਲਾ ਲਈ ਹੈ। ਪਰ ਹੁਣ ਅੱਗੇ ਚੱਲ ਕੇ ਜਿੰਨੇ ਕੁ ਕੰਮ ਕਰਨੇ ਹੈ ਉਹ ਥਕਾਵਟ ਲਏਗੀ, ਇਹਦੀ ਉਮੀਦ ਘੱਟ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਚਰਨਜੀਤ ਸਿੰਘ ਚੰਨੀ ਨੂੰ ਕੈਪਟਨ ਅਮਰਿੰਦਰ ਸਿੰਘ ਸਿਸਵਾਂ ਦੇ ਵਿੱਚ ਸ਼ਾਮ ਦੀ ਪਾਰਟੀ ਦੇਣ, ਉੱਥੇ ਥਕਾਵਟ ਲੈ ਸਕਦੀ ਹੈ? ਤੁਹਾਡਾ ਧਿਆਨ ਗਲਤ ਪਾਸੇ ਜਾਂਦਾ ਰਹਿੰਦਾ। ਆ 2 ਮਹੀਨੇ ਆ ਤੁਸੀਂ ਚੰਨੀ ਸਾਹਿਬ ਨੂੰ ਕੰਮ ਕਰਨ ਦਿਓ। ਕੈਪਟਨ ਅਮਰਿੰਦਰ ਸਿੰਘ ਸਾਰਿਆਂ ਨੂੰ ਲੁਭਾ ਤੇ ਰਹੇ ਆ ਕਿ ਸਿਸਵਾਂ ਦੇ ਨਜ਼ਾਰੇ ਤਾਂ ਸਿਸਵਾਂ ਦੇ ਹੀ ਆ। ਖੈਰ ਕੈਪਟਨ ਸਾਹਿਬ ਵੀ ਵਿਹਲੇ ਆ ਤੇ ਆਪਾਂ ਵੀ ਕੋਈ ਸ਼ਾਮ ਕੱਢ ਲਈਏ, ਆਪਾਂ ਹੀ ਵੇਖ ਆਈਏ। ਮਹਿਲ ਕਹਿੰਦੇ ਬਹੁਤ ਆਨੰਦਮਈ ਹੈ, ਔਰ ਉਹ ਮਹਿਲ ਨਵਾਂ ਮਹਿਲ ਆ, ਪੁਰਾਣੇ ਮਹਿਲ ਦੀ ਵੀ ਆਪਣੀ ਆਭਾ ਸੀ ਕਹਿੰਦੇ ਰਾਜਿਆਂ ਵਾਲੀ, ਤੇ ਇਹਦੀ ਵੀ ਕਾਫੀ ਆਪਣੀ ਆਭਾ ਹੈ। ਸੁਣਿਆ ਉੱਥੇ ਬਾਦਲ ਕਿਆਂ ਨੇ ਵੀ ਇੱਕ ਲਾਗੇ ਸੁੱਖ ਵਿਲਾ ਜਾਂ ਕੁਝ ਇਸ ਤਰ੍ਹਾਂ ਦਾ ਵੱਡਾ ਹੋਟਲ ਬਣਾਇਆ। ਉਸ ਇਲਾਕੇ ਨੂੰ ਇੱਕ ਭਾਗ ਭੋਗ ਲੱਗਿਆ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਗੇੜਾ ਮਾਰ ਕੇ ਆਈਏ ਜੀ, ਸਾਈਕਲ ਲਈਏ, ਉੱਥੇ ਸਾਈਕਲ ਤੇ ਚੱਲੀਏ। ਕਹਿੰਦੇ ਸੜਕਾਂ ਵੀ ਬੜੀਆਂ ਸੋਹਣੀਆਂ ਬਣੀਆਂ ਨੇ। ਤੇ ਆਪਣੇ ਦੋਸਤ ਮਿੱਤਰ ਜਿੰਨੇ ਵੀ ਸੁਣਨ ਵਾਲੇ ਉਹਨਾਂ ਨੂੰ ਵੀ ਕਹਾਂਗੇ ਕਿਸੇ ਦਿਨ ਇਕੱਠੇ ਮਾਰਚ ਕਰੀਏ, ਵੇਖ ਕੇ ਤੇ ਆਈਏ। ਪੰਜਾਬ ਦੇ ਬਾਦਸ਼ਾਹਾਂ ਨੇ, ਪੰਜਾਬ ਦੇ ਬਾਦਸ਼ਾਹ ਮੈਂ ਤਾਂ ਕਹਿ ਰਿਹਾ ਬਾਦਸ਼ਾਹ ਹੀ ਹੁੰਦੇ, ਪੰਜਾਬ ਦੇ ਬਾਦਸ਼ਾਹਾਂ ਨੇ ਨਿੱਜੀ ਸੰਪਤੀਆਂ ਕਿੰਨੀਆਂ ਖੂਬਸੂਰਤ ਬਣਾ ਲਈਆਂ ਨੇ। ਇਹਨਾਂ ਨੂੰ ਤਾਂ ਜਿਹੜੇ ਇੰਟੀਰੀਅਰ ਡੈਕੋਰੇਟਰ ਤੇ ਇਹਨਾਂ ਦੇ ਜਿਹੜੇ ਆਰਕੀਟੈਕਚਰ ਨਾਲ ਸੰਬੰਧਿਤ ਉਹ ਵੀ ਬੜੇ ਅਹਿਮ, ਜਿੱਦਾਂ ਚੰਡੀਗੜ੍ਹ ਬਣਾਉਣ ਲਈ ਲਾ ਕਾਰਬੋਜੀਏ ਦੀ ਗੱਲ ਹੁੰਦੀ ਹੈ, ਕਿਤੇ ਵਿਦੇਸ਼ਾਂ ਵਿਦੂਸ਼ਾਂ ਚੋਂ ਮਿਲੇ ਹੋਣਗੇ। ਆ ਮਾੜੀ ਮੋਟੀ ਫੋਟੋ ਖਿੱਚ ਲਿਆਵਾਂਗੇ, ਸੈਲਫੀ ਸੁਲਫੀ ਪਾਉਂਦੇ ਰਵਾਂਗੇ। ਵੈਸੇ ਮੈਂ ਫੇਸਬੁੱਕ ਤੇ ਘੱਟ ਜਾਣਾ ਪਰਸਨਲ ਤੇ, ਪਰ ਚਲਾ ਲਾਂਗੇ, ਫਿਰ ਕੀ ਫਰਕ ਪੈਂਦਾ। ਬਹੁਤ ਮਿਹਰਬਾਨੀ, ਧੰਨਵਾਦ ਜੀ।